ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਆਪਾਂ ਪਿਛਲੇ ਕੁਝ ਦਿਨਾਂ ਤੋਂ ਗਰੁੱਪ ਟੌਪਿਕ ਕਰ ਰਹੇ ਹਾਂ ਅਤੇ ਪਿਛਲੇ ਲੈਕਚਰ ਦੇ ਵਿੱਚ ਆਪਾਂ ਨੇ ਆਰਡਰ ਆਫ ਐਨ ਐਲੀਮੈਂਟ ਇਹ ਪੜ੍ਹਿਆ ਸੀਗਾ। ਇੱਕ ਵਾਰੀ ਦੁਬਾਰਾ ਆਪਾਂ ਇਹਦੀ ਡੈਫੀਨੇਸ਼ਨ ਦੇਖ ਲੈਂਦੇ ਹਾਂ। ਅੱਜ ਇਹਦੇ ਉੱਪਰ ਬੇਸਡ ਆਪਾਂ ਥਿਊਰਮਾਂ ਕਰਨੀਆਂ ਨੇ। ਆਰਡਰ ਆਫ ਐਨ ਐਲੀਮੈਂਟ ਕਿਵੇਂ ਡਿਫਾਈਨ ਕੀਤਾ ਸੀ ਕਿ ਲੈਟ ਏ ਬਿਲੋਂਗਸ ਟੂ ਜੀ, ਦੈਨ ਆਰਡਰ ਆਫ ਐਨ ਐਲੀਮੈਂਟ ਇਜ਼ ਡਿਫਾਈਨਡ ਐਜ਼ ਲੀਸਟ ਪੋਜ਼ੀਟਿਵ ਇੰਟੈਗਰਲ ਪਾਵਰ n ਸੱਚ ਦੈਟ a ਦੀ ਪਾਵਰ n ਇਕੁਅਲ ਟੂ e। ਮਤਲਬ ਜਿਹੜੀ n ਪਾਵਰ ਹੈਗੀ ਆ, ਜਿਹੜੀ n ਪਾਵਰ ਹੈ ਉਹ ਪੋਜ਼ੀਟਿਵ ਇੰਟੈਗਰਲ ਵਰਡ ਜਿਹੜਾ ਇੰਟੀਜਰ ਤੋਂ ਬਣਿਆ, ਮਤਲਬ ਪੋਜ਼ੀਟਿਵ ਇੰਟੀਜਰ ਹੋਵੇ। ਜਿਹੜੇ n ਪਾਵਰ ਪੋਜ਼ੀਟਿਵ ਇੰਟੀਜਰ ਕੀ ਹੁੰਦਾ ਆਪਣੇ ਕੋਲ? ਨੈਚੁਰਲ ਨੰਬਰ। ਪਹਿਲੀ ਗੱਲ ਤਾਂ ਜਿਹੜਾ n ਆ ਪੋਜ਼ੀਟਿਵ ਇੰਟੀਜਰ ਹੋਵੇ ਅਤੇ ਸਭ ਤੋਂ ਛੋਟੀ ਪਾਵਰ ਹੋਵੇ n। ਕਿਵੇਂ ਕਿ a ਦੀ ਪਾਵਰ n ਜਿਹੜਾ ਹੈਗਾ ਉਹ e ਬਣ ਜੇ। e ਹੈਗੀ ਆ ਆਪਣੇ ਕੋਲ ਆਈਡੈਂਟਿਟੀ ਐਲੀਮੈਂਟ ਇਨ ਜੀ। ਜੇ ਇਹ ਹੋਵੇ ਤਾਂ ਆਰਡਰ ਆਫ a ਆਪਾਂ n ਕਹਾਂਗੇ। ਇਹਦੇ ਉੱਪਰ ਬੇਸਡ ਆਪਾਂ ਥਿਊਰਮ ਕਰਨੀ ਹੈਗੀ ਹੈ। ਉਹ ਥਿਊਰਮ ਮੈਂ ਪੜ੍ਹ ਰਿਹਾ ਹੈਗਾ। ਪਹਿਲਾਂ ਇਹਨੂੰ ਆਪਾਂ ਰੱਬ ਕਰ ਲਈਏ। स्टेटमेंट देख लो। इन अ फाइनाइट ग्रुप द ऑर्डर ऑफ एवरी एलिमेंट एग्जिस्ट। अपन गिवन जी कर लेट जी बी फाइनाइट ग्रुप। जी ਨੂੰ ਆਪਾਂ ਫਾਈਨਾਈਟ ਗਰੁੱਪ ਕਿਹਾ ਦਿੱਤਾ ਹੋਇਆ ਆਪਾਂ ਨੂੰ। ਲੈਟ ਕਰ ਲਿਆ ਲੈਟ a ਬਿਲੋਂਗਸ ਟੂ g। a ਕੋਈ g ਦਾ ਐਲੀਮੈਂਟ ਆ। ਆਪਾਂ ਨੇ ਕੀ ਸ਼ੋਅ ਕਰਨਾ ਇਹਦੇ ਵਿੱਚ ਸਟੇਟਮੈਂਟ ਦੇ ਵਿੱਚ ਕਿ ਹਰੇਕ ਐਲੀਮੈਂਟ ਦਾ ਆਰਡਰ ਐਗਜ਼ਿਸਟ ਕਰੇਗਾ। ਵੀ ਆਰ ਟੂ ਪ੍ਰੂਵ दैट order of A exist। order of A ਜਿਹੜਾ ਹੋਊਗਾ ਐਗਜ਼ਿਸਟ ਹੋਊਗਾ। ਆਪਾਂ ਨੇ ਇਹ ਸ਼ੋਅ ਕਰਨਾ ਕਿ ਹਰੇਕ ਐਲੀਮੈਂਟ ਦਾ ਆਰਡਰ ਐਗਜ਼ਿਸਟ ਕਰੇਗਾ। ਤਾਂ ਆਪਾਂ ਕੋਈ ਜਨਰਲ ਐਲੀਮੈਂਟ ਲੈ ਲਿਆ। ਜੇ ਇਹਦਾ ਆਰਡਰ ਆਪਾਂ ਐਗਜ਼ਿਸਟ ਕਰਵਾਤਾ ਤਾਂ ਫਿਰ ਹਰੇਕ ਐਲੀਮੈਂਟ ਦਾ ਆਰਡਰ ਐਗਜ਼ਿਸਟ ਕਰ ਜੇਗਾ। ਹੁਣ ਆਰਡਰ ਐਗਜ਼ਿਸਟ ਕਰਾਉਣਾ ਆਪਾਂ ਨੇ, ਆਰਡਰ ਦੀ ਵੈਲਿਊ ਨਹੀਂ ਕੱਢਣੀ। ਜਿਵੇਂ ਥੋੜ੍ਹੀ ਇਹ ਗੱਲ ਸਮਝਾਉਣੀ ਹੈ ਕਿ ਆਰਡਰ ਐਗਜ਼ਿਸਟ ਦਾ ਮਤਲਬ ਕੀ ਹੁੰਦਾ। ਆਰਡਰ ਨਹੀਂ ਫਾਈਂਡ ਕਰਨਾ ਕਿ ਆਰਡਰ ਕਿੰਨਾ ਆਊਗਾ। ਇਹ ਹੋਰ ਚੀਜ਼ ਆ। ਮਤਲਬ ਆਰਡਰ ਆਫ ਏ ਇਹ ਨਹੀਂ ਫਾਈਂਡ ਕਰਨ ਵਾਸਤੇ ਕਿਹਾ ਆਪਾਂ ਨੂੰ ਕਿ ਆਰਡਰ ਆਫ ਏ ਕਿੰਨਾ ਹੋਊਗਾ। ਇਹ ਫਾਈਂਡ ਕਰਨ ਵਾਸਤੇ ਕਿਹਾ ਕਿ ਆਰਡਰ ਆਫ ਏ ਪਤਾ ਨਹੀਂ ਕਿੰਨਾ ਹੋਊਗਾ, ਪਰ ਹੋਊਗਾ ਪੱਕਾ, ਨਿਕਲੂਗਾ ਪੱਕਾ। ਆਰਡਰ ਆਫ ਏ ਐਗਜ਼ਿਸਟ ਕਰੇਗਾ। ਆਰਡਰ ਆਫ ਏ ਪੱਕਾ ਐਗਜ਼ਿਸਟ ਕਰੇਗਾ। ਇੱਕ ਥੋੜ੍ਹੀ ਜਿਹੀ ਗੱਲ ਹੋਰ ਇਹ 'ਚ ਸਮਝਾ ਦੇਵਾਂ। ਪਹਿਲਾਂ ਆਪਾਂ ਨੇ ਪਿੱਛੇ ਕੀਤਾ ਨਹੀਂ ਸੀਗਾ। ਕਈ ਐਲੀਮੈਂਟ ਅਜਿਹੇ ਹੁੰਦੇ ਨੇ ਗਰੁੱਪ ਦੇ ਵਿੱਚ ਜਿਨ੍ਹਾਂ ਵਿੱਚ ਆਰਡਰ ਐਗਜ਼ਿਸਟ ਨਹੀਂ ਕਰਦਾ ਹੁੰਦਾ। ਆਰਡਰ ਡਜ਼ ਨਾਟ ਐਗਜ਼ਿਸਟ। ਪਿੱਛੇ ਤਾਂ ਜੋ ਲਾਸਟ ਲੈਕਚਰ 'ਚ ਆਪਾਂ ਐਗਜ਼ਾਮਪਲ ਲਈ ਸੀ ਉਹਦੇ ਵਿੱਚ ਤਾਂ ਆਪਾਂ ਨੇ ਆਰਡਰ ਕੱਢੇ ਸੀਗੇ। ਪਰ ਕਈ ਗਰੁੱਪ ਦੇ ਵਿੱਚ ਐਲੀਮੈਂਟ ਦਾ ਆਰਡਰ ਐਗਜ਼ਿਸਟ ਨਹੀਂ ਕਰਦਾ ਹੁੰਦਾ। ਮਤਲਬ ਇਹ ਕੰਪਲਸ਼ਨ ਨਹੀਂ ਹੈ ਕਿ ਗਰੁੱਪ ਦੇ ਵਿੱਚ ਆਰਡਰ ਆਫ ਐਲੀਮੈਂਟ ਐਗਜ਼ਿਸਟ ਕਰੂਗਾ ਕਿ ਨਹੀਂ ਕਰੂਗਾ। ਜਿਵੇਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ ਆਪਾਂ। ਜਿਵੇਂ ਆਪਾਂ ਸ਼ੋਅ ਕੀਤਾ ਹੋਇਆ ਜਿਹੜਾ Z ਹੈਗਾ ਸੈਟ ਆਫ ਇੰਟੀਜਰ, ਇਹ ਗਰੁੱਪ ਆ ਅੰਡਰ ਐਡੀਸ਼ਨ। ਇਹਨੂੰ ਆਪਾਂ ਨੇ ਗਰੁੱਪ ਸ਼ੋਅ ਕੀਤਾ ਹੋਇਆ ਜੀ ਪਿੱਛੇ। ਇਹ ਸਾਰਾ ਕੁਛ ਆ। ਮਤਲਬ ਕਲੋਜ਼ਰ ਪ੍ਰੋਪਰਟੀ ਵੀ ਆ ਰਹੀ ਸੀਗੀ, ਐਸੋਸੀਏਟਿਵ ਪ੍ਰੋਪਰਟੀ ਵੀ ਆ ਰਹੀ ਸੀ, ਆਈਡੈਂਟਿਟੀ ਐਲੀਮੈਂਟ 0 ਆ ਰਿਹਾ ਸੀ ਇਹਦੇ ਵਿੱਚ, ਇਨਵਰਸ ਐਲੀਮੈਂਟ ਵੀ ਆਪਾਂ ਐਗਜ਼ਿਸਟ ਕਰਵਾਇਆ ਸੀਗਾ। ਹੁਣ ਗਰੁੱਪ ਇਹ ਆਪਾਂ ਸ਼ੋਅ ਕੀਤਾ ਸੀ। ਜੇ ਆਪਾਂ ਨੇ ਪੁੱਛਿਆ ਹੋਵੇ ਕਿ ਆਰਡਰ ਆਫ 1 ਕੱਢੋ ਕਿੰਨਾ ਹੋਊਗਾ। ਹੁਣ ਆਰਡਰ ਧਿਆਨ ਦੇ ਵਿੱਚ ਹੋਵੇ। ਇਹ 'ਚ ਆਈਡੈਂਟਿਟੀ ਐਲੀਮੈਂਟ ਕਿੰਨਾ ਸੀ? 0 ਸੀਗਾ। ਹੁਣ ਆਪਰੇਸ਼ਨ ਕੀ ਆ ਰਹੇ? ਐਡੀਸ਼ਨ। 1 ਨੂੰ ਆਪਾਂ 2 ਟਾਈਮਸ ਐਡ ਕਰਾਂਗੇ, 2 ਬਣ ਗਿਆ। ਪਹਿਲਾਂ ਇੱਕ ਟਾਈਮ ਲਿਆ, ਸ਼ਾਇਦ ਧਿਆਨ ਦੇ ਵਿੱਚ ਹੋਵੇ ਆਪਾਂ ਇੱਦਾਂ ਹੀ ਲਿਆ ਸੀਗਾ। ਇਹਨੂੰ ਆਪਾਂ ਨੇ
1 ਦੀ ਪਾਵਰ 1 ਪਾਇਆ ਸੀ, ਇਹਨੂੰ 1 ਦੀ ਪਾਵਰ ਸਕੁਅਰ ਪਾਇਆ ਸੀ, ਅੱਗੇ 1 ਦੀ ਕਿਊਬ ਲਿਆ ਆਪਾਂ ਨੇ, 1 + 1 + 1 3 ਆ ਗਿਆ। ਅੱਗੇ 4 ਵਾਰੀ ਆਪਾਂ ਐਡ ਕੀਤਾ ਜੀ, 4 ਆ ਗਿਆ। ਇਹ ਕੁਛ ਲੱਗ ਰਿਹਾ, ਆਪਾਂ ਦੇਖਿਆ ਸੀਗਾ ਜਦੋਂ ਤੱਕ ਇਹ E ਨਹੀਂ ਬਣਦਾ ਉਦੋਂ ਤੱਕ ਆਪਾਂ ਕੱਢੀ ਜਾਵਾਂਗੇ। E ਕਿੰਨਾ ਉਰੇ 0 ਆ। ਇਹ ਤੁਸੀਂ ਦਿਮਾਗ ਲਾਓ, ਜਾਂ ਆਪਾਂ ਦੇਖ ਵੀ ਸਕਦੇ ਹਾਂ ਉਰੇ ਕਿ ਜਿੰਨੇ ਮਰਜ਼ੀ ਟਾਈਮਸ ਆਪਾਂ 1 ਨੂੰ ਐਡ ਕਰੀ ਜਾਈਏ, 2 ਟਾਈਮ 3 ਟਾਈਮ 4 ਟਾਈਮ, ਇਹ ਵੈਲਿਊ ਵਧੀ ਜਾਣੀ ਹੈ। ਫਿਰ 5 ਆ ਜਾਏਗਾ, ਫਿਰ 6 ਆ ਜਾਏਗਾ, ਫਿਰ 7 ਆ ਜਾਏਗਾ, ਫਿਰ 8 ਆ ਜਾਏਗਾ, 0 ਨਹੀਂ ਆਏਗਾ। ਇਹਦਾ ਮਤਲਬ ਕੀ ਬਣ ਗਿਆ ਕਿ 1 ਦੀ ਪਾਵਰ ਜਿੰਨੀ ਮਰਜ਼ੀ ਲੈ ਲਓ, ਇਹ ਕਦੇ ਵੀ ਆਇਡੈਂਟੀਟੀ ਨਹੀਂ ਬਣਨਾ। ਜਿੰਨੀ ਮਰਜ਼ੀ ਪਾਵਰ ਲੈ ਲਓ 1 ਦੀ, ਜੇ ਕਦੇ ਆਇਡੈਂਟੀਟੀ ਨਹੀਂ ਬਣਨਾ ਹੈਗਾ ਤਾਂ ਆਪਾਂ ਕਹਾਂਗੇ ਆਰਡਰ ਆਫ 1 ਡਜ਼ ਨਾਟ ਐਗਜ਼ਿਸਟ। ਆਰਡਰ ਆਫ 1 ਜਿਹੜਾ ਹੈਗਾ ਉਹ ਐਗਜ਼ਿਸਟ ਨਹੀਂ ਕਰਦਾ। ਮਤਲਬ ਇਹ ਗਰੁੱਪ ਦੇ ਉੱਪਰ ਹੈਗਾ ਕਿ ਗਰੁੱਪ ਦੇ ਵਿੱਚ ਇਹ ਕੰਪਲਸ਼ਨ ਨਹੀਂ ਹੁੰਦੀ ਹੈਗੀ ਕਿ ਆਰਡਰ ਆਫ ਹਰੇਕ ਐਲੀਮੈਂਟ ਦਾ ਆਰਡਰ ਜਿਹੜਾ ਐਗਜ਼ਿਸਟ ਕਰੇਗਾ। ਹੁਣ ਇਹ ਥਿਊਰਮ ਕੀ ਕਹਿ ਰਹੀ ਹੈ ਆਪਾਂ ਨੂੰ? ਇਹ ਥਿਊਰਮ ਦੇ ਵਿੱਚ ਆਪਾਂ ਨੇ ਸ਼ੋਅ ਕਰਨਾ ਹੈਗਾ ਜੇ G ਫਾਈਨਾਈਟ ਆ ਤਾਂ ਇਹ ਪੱਕਾ ਹੋਊਗਾ ਕਿ ਹਰੇਕ ਐਲੀਮੈਂਟ ਦਾ ਆਰਡਰ ਐਗਜ਼ਿਸਟ ਕਰੇ। ਜੇ G ਫਾਈਨਾਈਟ ਆ, ਜਿਵੇਂ Z ਕੀ ਹੈਗਾ ਆਪਣੇ ਕੋਲ, ਇਹ 'ਚ ਨੰਬਰ ਆਫ ਐਲੀਮੈਂਟਸ ਕਿੰਨੇ ਹੋਣਗੇ? ਇਨਫਾਈਨਾਈਟ ਹੋਣਗੇ। ਉਰੇ ਨਹੀਂ ਆਪਾਂ ਕਹਿ ਸਕਦੇ ਹੈਗੇ, ਪਰ ਇਹ ਥਿਊਰਮ ਕਹਿੰਦੀ ਹੈ ਜੇ G ਫਾਈਨਾਈਟ ਗਰੁੱਪਾਂ ਦਾ ਆਪਾਂ ਸ਼ੋਅ ਕਰਨਾ ਕਿ ਹਰੇਕ ਐਲੀਮੈਂਟ ਦਾ ਆਰਡਰ ਪੱਕਾ ਐਗਜ਼ਿਸਟ ਕਰੇਗਾ। ਜਿਵੇਂ ਆਪਾਂ ਕੱਲ੍ਹ ਲਾਸਟ ਲੈਕਚਰ ਦੇ ਵਿੱਚ ਇੱਕ ਤਾਂ ਆ ਲਈ ਸੀ 1 ਓਮੇਗਾ ਸਕੁਅਰ, ਇਹ ਫਾਈਨਾਈਟ ਸੀਗਾ, ਹਰੇਕ ਦਾ ਆਰਡਰ ਆਪਾਂ ਐਗਜ਼ਿਸਟ ਕਰਵਾਇਆ ਸੀਗਾ ਅੰਡਰ ਮਲਟੀਪਲੀਕੇਸ਼ਨ। ਇੱਕ ਇਹ ਲਿਆ ਸੀ ਆਪਾਂ 0 1 2 3 4 5 ਐਡੀਸ਼ਨਲ ਮੋਡੂਲੋ 6 ਦੇ ਅੰਡਰ ਆਪਾਂ ਨੇ ਇਹਨੂੰ ਗਰੁੱਪ ਸ਼ੋਅ ਕੀਤਾ ਸੀ। ਇਹ ਫਾਈਨਾਈਟ ਗਰੁੱਪ ਆ, 6 ਐਲੀਮੈਂਟ ਨੇ, ਤਾਂ ਇਹਦੇ ਵਿੱਚ ਵੀ ਆਪਣੇ ਕੋਲ ਹਰੇਕ ਐਲੀਮੈਂਟ ਦਾ ਆਰਡਰ ਆਪਾਂ ਐਗਜ਼ਿਸਟ ਕਰਵਾਇਆ ਸੀ। ਮਤਲਬ ਫਾਈਨਾਈਟ ਦੇ ਵਿੱਚ ਇਹ ਸ਼ੋਅ ਕਰਨਾ ਕਿ ਹਰੇਕ ਐਲੀਮੈਂਟ ਦਾ ਆਰਡਰ ਪੱਕਾ ਐਗਜ਼ਿਸਟ ਕਰੇਗਾ। ਹੁਣ ਜਿਹੜੀ ਗੱਲ ਸਮਝਾਉਣੀ ਹੈਗੀ ਆ ਇਹਦੇ ਵਿੱਚ ਕਿ ਆਰਡਰ, ਆਹ 2 ਗੱਲਾਂ ਲਈਆਂ ਸੀ ਸਟਾਰਟਿੰਗ 'ਚ ਆਪਾਂ ਨੇ ਕਿ ਆਰਡਰ ਆਫ A ਐਗਜ਼ਿਸਟ ਕਰਨ ਵਾਸਤੇ ਕਿਹਾ ਆਪਾਂ ਨੂੰ, ਆਰਡਰ ਆਫ A ਕੱਢਣ ਵਾਸਤੇ ਨਹੀਂ ਕਿਹਾ ਕਿ ਆਰਡਰ ਆਫ A ਕਿੰਨਾ ਹੋਊਗਾ। ਇਹ ਦੋਨੇ ਗੱਲਾਂ 'ਚ ਫਰਕ ਆ ਥੋੜ੍ਹਾ ਜਿਹਾ, ਇਹ ਗੱਲ ਥੋੜ੍ਹੀ ਸਮਝਾਉਣੀ ਆ ਪਹਿਲਾਂ। ਮੰਨ ਲਓ ਕਿ ਆਰਡਰ ਆਫ A 10 ਆ ਗਿਆ। ਵੈਸੇ ਐਗਜ਼ਾਮਪਲ ਲੈ ਰਹੇ ਹਾਂ ਆਪਾਂ ਕਿ A ਦਾ ਆਰਡਰ 10 ਆ। ਇੱਥੇ 2 ਗੱਲਾਂ ਕਲੀਅਰ ਹੋ ਰਹੀਆਂ ਆਪਾਂ ਨੂੰ। 2 ਗੱਲਾਂ ਕਿਹੜੇ ਕਲੀਅਰ ਹੋ ਰਹੀਆਂ ਨੇ? ਇੱਕ ਤਾਂ A ਦੀ ਪਾਵਰ 10 ਪੱਕਾ E ਬਣੇਗਾ ਅਤੇ ਇਹ ਲੀਸਟ ਪਾਵਰ ਹੋਊਗੀ ਜਿਹਦੇ ਵਾਸਤੇ E ਬਣਿਆ। ਇਸ ਤੋਂ ਪਹਿਲਾਂ ਕਦੇ E ਨਹੀਂ ਬਣੂਗਾ। ਆਰਡਰ ਦੀ ਡੈਫੀਨੇਸ਼ਨ ਕੀ ਹੈਗੀ ਆ ਕਿ ਇਹ ਸਭ ਤੋਂ ਛੋਟੀ ਪਾਵਰ ਹੋਊਗੀ ਜਿਹਦੇ ਵਾਸਤੇ E ਬਣੇਗਾ। ਨਾ 1 ਵਾਸਤੇ E ਬਣੇਗਾ, 1 ਤੋਂ ਸਟਾਰਟਿੰਗ ਕਰਨੀ ਹੁੰਦੀ ਹੈ ਕਿਉਂਕਿ ਪੋਜ਼ੀਟਿਵ ਕਿਹਾ ਸੀ ਨਾ ਆਪਣਾ, ਪੋਜ਼ੀਟਿਵ ਇੰਟੀਜਰ, ਜਿਹੜੇ ਪੋਜ਼ੀਟਿਵ ਇੰਟੀਜਰ ਹੁੰਦੇ ਨੇ ਉਹ 1 2 3 ਤੋਂ ਸਟਾਰਟ ਹੁੰਦੇ ਨੇ, 1 ਤੋਂ ਸਟਾਰਟ ਹੋਣਗੇ, ਮਤਲਬ ਨੈਚੁਰਲ ਨੰਬਰ ਵੀ ਕਹਿੰਦੇ ਆ ਆਪਾਂ ਇਹਨੂੰ। ਮਤਲਬ A ਦੀ ਪਾਵਰ ਆਰਡਰ ਆਫ A 10 ਇਹਦਾ ਮਤਲਬ ਕੀ ਬਣ ਗਿਆ ਕਿ A ਦੀ ਪਾਵਰ 10 E ਹੋਊਗਾ, ਪਹਿਲੀ ਗੱਲ। ਦੂਜੀ ਗੱਲ ਹੋਰ ਇਹ ਵਿੱਚ ਆ ਰਹੀ ਹੈ ਆਪਣੇ ਕੋਲ ਕਿ 10 ਤੋਂ ਪਹਿਲਾਂ ਕਦੇ E ਨਹੀਂ ਬਣਨਾ। ਇਹ ਮਤਲਬ 9 ਵਾਸਤੇ, 8 ਵਾਸਤੇ, 7 ਵਾਸਤੇ, 6 5 4 3 2 1 ਕਿਸੇ ਪਾਵਰ ਵਾਸਤੇ ਇਹ E ਨਹੀਂ ਬਣੇਗਾ। ਸਭ ਤੋਂ ਛੋਟੀ ਪਾਵਰ ਇਹੀ ਹੋਊਗੀ ਜਿਹਦੇ ਵਾਸਤੇ E ਬਣੇਗਾ। ਇਹ ਆਰਡਰ ਤੋਂ ਗੱਲਾਂ ਆਪਾਂ ਨੂੰ ਕਲੀਅਰ ਹੋ ਰਹੀਆਂ ਨੇ, ਇਹ ਗੱਲਾਂ ਧਿਆਨ ਰੱਖਣੀਆਂ ਸਾਰੀਆਂ, ਅੱਗੇ ਯੂਜ਼ ਕਰਾਂਗੇ ਆਪਾਂ। ਦੂਜੀ ਗੱਲ, ਜੇ ਉਲਟਾ ਹੋਵੇ, ਮਤਲਬ A ਦੀ ਪਾਵਰ 10 ਇਕੁਅਲ ਟੂ E ਹੋਵੇ, ਇਹ ਤਾਂ ਇੱਥੋਂ ਰਿਜ਼ਲਟ ਬਣਾਇਆ ਆਪਾਂ ਨੇ। ਜੇ ਉਲਟਾ ਹੋਵੇ ਜੀ, ਜੇ ਆਹ ਦਿੱਤਾ ਹੋਵੇ, ਕੀ ਆਪਾਂ ਹੁਣ ਆਰਡਰ ਬਾਰੇ ਕੁਝ ਕਹਿ ਸਕਦੇ ਹਾਂ? ਕੀ ਆਪਾਂ ਹੁਣ ਆਰਡਰ ਬਾਰੇ ਕੁਝ ਕਹਿ ਸਕਦੇ ਹਾਂ? ਕਿ ਆਰਡਰ ਆਪਾਂ ਕਹਿ ਸਕਦੇ ਹਾਂ ਇਸ ਕੇਸ ਜੇ A ਦੀ ਪਾਵਰ, ਇਹ ਅਲੱਗ ਕੁਐਸਚਨ ਆ ਜੀ, ਇਹ ਅਲੱਗ ਆ। ਜੇ A ਦੀ ਪਾਵਰ 10 ਇਕੁਅਲ ਟੂ E ਆ, ਕੀ ਆਪਾਂ ਕਹਿ ਸਕਦੇ ਹਾਂ ਕਿ ਆਰਡਰ ਆਫ A ਪੱਕਾ 10 ਹੋਊਗਾ? ਇਹ ਨਹੀਂ ਕਹਿ ਸਕਦੇ। ਕਿਉਂ ਨਹੀਂ ਕਹਿ ਸਕਦੇ ਹੈਗੇ? ਉਹ ਦੇਖ ਲਓ। ਜੇ A ਦੀ ਪਾਵਰ 10 ਇਕੁਅਲ ਟੂ E ਹੈਗਾ, ਮਤਲਬ ਕੀ ਬਣ ਗਿਆ ਕਿ 10 ਪਾਵਰ ਵਾਸਤੇ E ਆ, ਪਰ ਕਿਤੇ ਆਪਾਂ ਇਹ ਮੈਂਸ਼ਨ ਕੀਤਾ ਕਿ ਇਹ ਸਭ ਤੋਂ ਲੀਸਟ ਪੋਜ਼ਿਟਿਵ ਆ। ਕੀ ਪਤਾ 9 ਵਾਸਤੇ E ਬਣਦਾ ਹੋਵੇ। ਮਤਲਬ ਜੇ ਆਪਣੇ ਕੋਲ
ए ਦੀ ਪਾਵਰ 1 ਵੀ e नहीं ਬਣਿਆ, a ਦੀ ਪਾਵਰ 2 ਵੀ e नहीं ਬਣਿਆ, ਸੋ ਔਨ a ਦੀ ਪਾਵਰ 9 ਇਹ ਕੋਈ e ਨਾ ਬਣਿਆ ਬਾਈ ਚਾਂਸ। ਫਿਰ ਆਪਾਂ ਕਹਾਂਗੇ ਆਰਡਰ ਆਫ a ਕੀ ਹੋਊਗਾ ਇਸ ਕੇਸ 'ਚ 10। ਆਰਡਰ ਆਫ a ਕਿੰਨਾ ਹੋ ਜਾਏਗਾ ਇਸ ਕੇਸ 'ਚ 10 ਆ ਜਾਏਗਾ। ਜੇ ਬਾਈ ਚਾਂਸ ਇਹ e ਨਾ ਬਣਿਆ, ਇਹ e ਬਣ ਗਿਆ, ਸਕੇਅਰ e ਬਣ ਗਿਆ ਬਾਈ ਚਾਂਸ, ਕਿਉਂਕਿ ਇਹ ਨਹੀਂ ਆਪਾਂ ਨੂੰ ਗਿਵਨ ਆ ਨਾ ਕਿ ਇਸ ਤੋਂ ਪਹਿਲਾਂ e ਬਣਦਾ ਕਿ ਨਹੀਂ ਬਣਦਾ। ਆਪਾਂ ਸਿਰਫ ਇਹੀ ਗਿਵਨ ਆ ਕਿ a ਦੀ ਪਾਵਰ 10 e ਆ। ਜੇ ਤਾਂ ਇਸ ਤੋਂ ਪਹਿਲਾਂ e ਨਾ ਬਣਿਆ ਫਿਰ ਤਾਂ ਆਰਡਰ ਆਫ a 10 ਹੋ ਗਿਆ, ਕਿਉਂਕਿ ਜੇ ਇਸ ਤੋਂ ਪਹਿਲਾਂ e ਨਾ ਬਣਿਆ ਤਾਂ ਸਭ ਤੋਂ ਛੋਟੀ ਪਾਵਰ ਇਹੀ ਆ ਜਿਹਦੇ ਵਾਸਤੇ e ਬਣ ਗਿਆ, ਤਾਂ ਇਹ ਲੀਸਟ ਬਣ ਗਈ ਪਾਵਰ। ਜੇ ਲੀਸਟ ਪਾਵਰ ਹੋਵੇ ਤਾਂ ਇਹਨੂੰ ਕਹਾਂਗੇ ਆਪਾਂ ਆਰਡਰ। ਪਰ ਜੇ ਇਸ ਤੋਂ ਪਹਿਲਾਂ e ਬਣ ਜੇ, ਜਿਵੇਂ ਉਹ 2 ਵਾਸਤੇ e ਬਣ ਗਿਆ, ਫਿਰ ਆਪਾਂ ਆਰਡਰ ਆਫ a 10 ਨਹੀਂ ਕਹਾਂਗੇ, ਆਰਡਰ ਆਫ a 2 ਕਹਾਂਗੇ, ਕਿ 2 ਛੋਟੀ ਪਾਵਰ ਆ। ਤਾਂ ਇਸ ਕੇਸ 'ਚ ਆਰਡਰ ਆਫ a ਕਿੰਨਾ ਹੋਊਗਾ 2 ਹੋਊਗਾ। ਇਸ ਕੇਸ 'ਚ ਆਰਡਰ ਆਫ a 10 ਹੋਊਗਾ। ਜੇ ਮੰਨ ਲਓ a ਦੀ ਪਾਵਰ 1 ਵੀ e ਨਾ ਬਣਿਆ, a ਦੀ ਪਾਵਰ 2 ਵੀ e ਨਾ ਬਣਿਆ ਜੀ, a ਦੀ ਪਾਵਰ 3 ਵੀ ਨਾ ਬਣਿਆ a ਦੀ ਪਾਵਰ 4 ਵੀ ਨਾ e ਬਣਿਆ, a ਦੀ ਪਾਵਰ 5 e ਬਣ ਗਿਆ ਮੰਨ ਲਓ ਅੱਗੇ ਸੁਣੋ। ਹੁਣ ਵੀ ਆਪਾਂ ਇਹ ਕਹਿ ਸਕਦੇ ਹਾਂ ਕਿ a ਦੀ ਪਾਵਰ 10 e ਆ ਅਤੇ a ਦੀ ਪਾਵਰ 5 e ਬਣ ਗਿਆ, ਤਾਂ ਇਹ 10 ਛੋਟੀ ਪਾਵਰ ਨਹੀਂ ਹੈਗੀ। ਇਸ ਤੋਂ ਲੀਸਟ ਛੋਟੀ ਪਾਵਰ ਵਾਸਤੇ e ਬਣ ਰਿਹਾ, ਤੇ ਛੋਟੀ ਪਾਵਰ ਕਿਹੜੀ ਹੈਗੀ ਆ 5। ਤਾਂ ਇਸ ਕੇਸ 'ਚ ਆਪਾਂ ਕਹਾਂਗੇ ਜਿਹੜਾ ਆਰਡਰ ਆਫ a ਹੈਗਾ ਉਹ 5। ਤਾਂ ਇਹ ਗੱਲ ਆਪਣੇ ਕੋਲ ਇਹ ਡਿਸਾਈਡ ਕੀਤਾ ਆਪਾਂ ਇੱਥੋਂ, ਜੇ a ਦੀ ਪਾਵਰ 10 e ਆ ਤਾਂ ਆਰਡਰ ਆਫ a ਕੁਛ ਵੀ ਆ ਸਕਦਾ। 10 ਵੀ ਆ ਗਿਆ, 10 ਵੀ ਆ ਸਕਦਾ, 2 ਵੀ ਆ ਗਿਆ, 5 ਹੋਰ ਕੇਸ ਕਾਫੀ ਬਣ ਸਕਦੇ ਨੇ ਇਹਦੇ। ਮਤਲਬ ਜੇ ਆਪਣੇ ਕੋਲ a ਦੀ ਪਾਵਰ 10 e ਆ, ਜੇ ਇਸ ਤੋਂ ਪਹਿਲਾਂ e ਨਾ ਬਣਿਆ ਤਾਂ ਆਰਡਰ ਆਫ a 10। ਜੇ ਇਸ ਤੋਂ ਪਹਿਲਾਂ e ਬਣ ਗਿਆ ਤਾਂ ਜਿਹੜੀ ਪਾਵਰ ਵਾਸਤੇ e ਬਣੂਗਾ ਲੀਸਟ ਦੇਖ ਲਓ ਕਿਹੜੀ ਪਾਵਰ ਆ, ਉਹ ਪਾਵਰ ਨੂੰ ਆਪਾਂ ਆਰਡਰ ਕਹਾਂਗੇ। ਮਤਲਬ ਫਿਰ ਆਪਾਂ ਜੇ a ਦੀ ਪਾਵਰ 10 ਇਕੁਅਲ ਟੂ e ਆ ਤਾਂ ਆਰਡਰ ਆਫ a ਦੱਸ ਨਹੀਂ ਸਕਦੇ ਆਪਾਂ ਕਿੰਨਾ ਹੋਊਗਾ, ਇਹ ਨਹੀਂ ਦੱਸ ਸਕਦੇ। ਪਰ ਇੱਕ ਗੱਲ ਆਪਾਂ ਇੱਥੋਂ ਕਲੀਅਰ ਕਰ ਸਕਦੇ ਹਾਂ। ਉਹ ਗੱਲ ਕੀ ਕਲੀਅਰ ਕਰ ਸਕਦੇ ਹਾਂ ਕਿ ਇਹ ਨਹੀਂ ਪਤਾ ਆਪਾਂ ਨੂੰ ਕਿ ਆਰਡਰ ਆਫ a ਕਿੰਨਾ ਆਊਗਾ। ਇਹ ਨਹੀਂ ਪਤਾ ਆਪਾਂ ਨੂੰ ਕਿ ਆਰਡਰ ਆਫ a ਕਿੰਨਾ ਆਊਗਾ, ਪਰ ਇਹ ਗੱਲ ਕਨਫਰਮ ਆ ਆਪਾਂ ਨੂੰ ਕਿ ਆਰਡਰ ਆਫ a ਪੱਕਾ ਆਊਗਾ। ਇਹ ਪਤਾ ਕਿ ਵੈਲਿਊ ਦਾ ਪੱਕਾ ਨਿਕਲੇਗੀ, ਕਿੰਨੀ ਆਊਗੀ ਇਹ ਨਹੀਂ ਪਤਾ ਆਪਾਂ ਨੂੰ। ਜਿਵੇਂ ਆਰਡਰ ਆਫ a ਉਹਦੀ ਵੈਲਿਊ ਨਹੀਂ ਪਤਾ ਕਿੰਨੀ ਆ ਰਹੀ ਹੈ, 10 ਆ ਰਹੀ ਹੈ, 2 ਆ ਰਹੀ ਹੈ, 5 ਆ ਰਹੀ, ਵੈਲਿਊ ਆ ਤਾਂ ਰਹੀ ਹੈ ਪੱਕਾ, ਇਹ ਨਹੀਂ ਪਤਾ ਕਿੰਨੀ ਆਊਗੀ। ਤਾਂ ਇਸ ਕੇਸ 'ਚ ਆਪਾਂ ਕਨਫਰਮ ਕਰ ਸਕਦੇ ਹਾਂ ਜੇ a ਦੀ ਪਾਵਰ 10 ਇਕੁਅਲ ਟੂ e ਆ ਤਾਂ ਆਰਡਰ ਆਫ a ਪੱਕਾ ਐਗਜ਼ਿਸਟ ਕਰੂਗਾ। ਇੱਥੋਂ ਇਹ ਗੱਲ ਕਹਿ ਸਕਦੇ ਹਾਂ। ਇੱਕ ਗੱਲ ਹੋਰ ਕਹਿ ਸਕਦੇ ਹਾਂ ਕਿ ਆਰਡਰ ਆਫ a ਪੱਕਾ 10 ਜਾਂ 10 ਤੋਂ ਘੱਟ ਆਊਗਾ। ਇਹਦੇ ਦੇਖ ਲਓ 10 ਕਦੋਂ ਆਏਗਾ ਜਿਸ ਤੋਂ ਪਹਿਲਾਂ e ਨਾ ਬਣਿਆ। 10 ਤੋਂ ਘੱਟ ਵੀ ਆ ਸਕਦਾ। 10 ਤੋਂ ਘੱਟ ਕਿਉਂ ਆ ਸਕਦਾ, ਜੇ ਇਸ ਤੋਂ ਪਹਿਲਾਂ e ਬਣ ਗਿਆ ਤਾਂ ਛੋਟੀ ਪਾਵਰ ਲੈਣੀ ਆਪਾਂ, ਉਹ 10 ਤੋਂ 10 ਤੋਂ ਘੱਟ ਹੀ ਹੋਊਗੀ। ਤਾਂ ਇਹ ਦੋ ਗੱਲਾਂ ਧਿਆਨ ਰੱਖਣੀਆਂ ਆਪਾਂ ਇਹਦੇ ਵਿੱਚ। ਪਹਿਲੀ ਗੱਲ ਕੀ ਰੱਖੀ ਆਪਾਂ ਯਾਦ ਧਿਆਨ, ਜੇ ਆਰਡਰ ਆਫ a 10 ਆ ਤਾਂ ਇੱਥੋਂ ਗੱਲ ਬਣੇਗੀ a ਦੀ ਪਾਵਰ 10 ਪੱਕਾ e ਹੋਊਗਾ। ਇੱਕ ਤਾਂ ਆਹ ਕੰਸੈਪਟ, ਤੇ ਸਭ ਤੋਂ ਛੋਟੀ ਪਾਵਰ 10 ਹੀ ਹੋਊਗੀ ਜਿਹਦੇ ਵਾਸਤੇ e ਬਣਦਾ। ਇਹ ਆਰਡਰ ਦਾ ਮਤਲਬ ਹੁੰਦਾ ਕਿ ਲੀਸਟ ਆ ਪਾਵਰ, ਲੀਸਟ ਪੋਜ਼ਿਟਿਵ ਇੰਟੈਗਰਲ ਪਾਵਰ। ਤਾਂ ਇਸ ਤੋਂ ਪਹਿਲਾਂ e ਇਹ ਨਹੀਂ ਬਣੂਗਾ। ਇਹ ਗੱਲ ਆਪਾਂ ਧਿਆਨ ਰੱਖਣੀ ਆ। ਜੇ ਉਲਟਾ ਹੋਵੇ, ਜੇ a ਦੀ ਪਾਵਰ 10 ਇਕੁਅਲ ਟੂ e ਬਣ ਜੇ ਤਾਂ ਇੱਥੋਂ ਆਰਡਰ ਨਹੀਂ ਦੱਸ ਰਿਹਾ ਕਿ ਆਰਡਰ ਕਿੰਨਾ ਹੋਊਗਾ, ਪਰ ਇੱਕ ਗੱਲ ਕਨਫਰਮ ਕਰ ਸਕਦੇ ਕਿ ਆਰਡਰ ਪੱਕਾ ਐਗਜ਼ਿਸਟ ਕਰੂਗਾ ਅਤੇ ਆਰਡਰ ਦੀ ਵੈਲਿਊ 10 ਵੀ ਆ ਸਕਦੀ ਹੈ, 10 ਤੋਂ ਘੱਟ ਵੀ ਆ ਸਕਦੀ ਹੈ। ਇਹ ਦੋ ਰਿਜ਼ਲਟ ਨੇ। ਇਹ ਜੇ ਤੁਹਾਨੂੰ ਡੈਫੀਨੇਸ਼ਨ ਕਲੀਅਰ ਆ ਆਰਡਰ ਆਫ ਐਲੀਮੈਂਟ ਦੀ, ਫਿਰ ਤੁਹਾਨੂੰ ਯਾਦ ਰੱਖਣਾ ਸੌਖਾ ਰਹੇਗਾ। ਹੁਣ ਇੱਥੇ ਆਪਾਂ ਨੇ ਆਰਡਰ ਆਫ a ਐਗਜ਼ਿਸਟ ਕਰਾਉਣਾ ਇਸ ਥਿਊਰਮ ਦੇ ਵਿੱਚ। ਜੇ ਆਰਡਰ ਆਫ a ਆਪਾਂ ਐਗਜ਼ਿਸਟ ਕਰਾਉਣਾ ਹੈਗਾ, ਮਤਲਬ a ਦੀ ਪਾਵਰ ਜਿੰਨੀ ਮਰਜ਼ੀ ਹੋਵੇ ਉਹਨੂੰ e ਸ਼ੋ ਕਰ ਦਿਓ ਬਸ। a ਦੀ ਪਾਵਰ ਜਿੰਨੀ ਮਰਜ਼ੀ ਹੋਵੇ ਉਹਨੂੰ e ਸ਼ੋ ਕਰਤਾ, ਤੇਰਾ ਮਤਲਬ ਕੀ ਬਣ ਗਿਆ ਕਿ ਆਰਡਰ ਪੱਕਾ ਐਗਜ਼ਿਸਟ ਕਰੂਗਾ। ਕਿਸੇ ਪਾਵਰ ਜੇ a ਦੀ ਪਾਵਰ n ਵਾਸਤੇ e ਬਣ ਗਿਆ, ਜੇ n ਲੀਸਟ ਹੋਈ ਤਾਂ ਆਰਡਰ ਕੀ ਹੋਊਗਾ n।
जे ये लीस्ट ना हुई इस तो पहला बन गया तो भी ऑर्डर निकलूगा। मैं ए की पावर आप एन इक्वल टू ए शो कर देवांगे, वो देखा किमें करना, तो ऑर्डर ऑफ ए जोड़ा है वो पक्का एग्जिस्ट कर लेगा। जो थ्योरम करन लगे आप वो देख लो, ये आप रब कर लेना। वो ये थ्योरमां तुसीं नाल नाल तैयार करिए, जिन्हें थ्योरमां दे विच तुसीं कन्फ्यूज हो जाओगे। थ्योरमां नूं नाल नाल तैयार करी जाओ, कोई प्रॉब्लम हैगी आ वो पुछ लियो तुसीं। जो थ्योरम कर रहे हैं आप स्टार्ट, वो तुसीं देख लो। दिता होया जी की अपने को फाइनाइट ग्रुप आ दिता होया अपन, जो लैट कर लिया अपन जे फाइनाइट ग्रुप आ तो ऑर्डर ऑफ ए एन ले लिया अपन, ये एलीमेंट काउंट कर सकते हैं। फाइनाइट ग्रुप ऑर्डर ऑफ जी, सॉरी ग्रुप का ऑर्डर लैट कर लिया, ऑर्डर ऑफ जी है वो एन होगा, बिकॉज ये फाइनाइट ग्रुप है एन एलीमेंट मनने अपने। हुण देखो ध्यान नाल, सिंस आपने लिया है कि ए जी विच, ये पहला भी किया होया ए दी पावर स्केयर ए दी पावर क्यूब अप टू सोन, ये जी नूं बिलोंग करनगे। हुण सोचो किदां बिलोंग करनगे जी जी च, ए दी पावर 1 तो ए ही हो गया, ए स्केयर ए क्यूब है सारे जी विच आउणगे। ये पहला भी किया होया अपने, ये बाय क्लोजर प्रॉपर्टी है, बाय क्लोजर प्रॉपर्टी। थोड़ा दस देना किवें, बिकॉज ए स्केयर की हुंदा हैगा ए इंटू ए, ये पिछे डिफाइन किया होया अपने। आ दोने एलीमेंट कहते हैं, ये भी जी का एलीमेंट है, ये भी जी का एलीमेंट है, तो जी की अपने को ग्रुप। जे दोने एलीमेंट जी के होणगे, उहदी ऑपरेट करके या मल्टीप्लाई करके आंसर जी विच ही आऊगा बाय क्लोजर प्रॉपर्टी। इदां ही आप ए क्यूब की होगा जी ए स्केयर इंटू ये भी जी शो करता, जी शो करता आप, ये भी जी दे विच ही आ, तो जी सारे इदां ही आने क्लोजर प्रॉपर्टी। हुण इत्थों आप एक कंसैप्ट यूज़ कर रहे हो, कंसैप्ट की है, ये पावरां तो बहुत सारिया होणगियां, ये इनफिनिट पावर्स होणगियां, 1 2 3 4 5 6 7 8 9 10, कोई एंड नहीं है, तां ही सोन पाया अपने। ये सारे दे सारे एलीमेंट पक्का जी च आउणगे। जे ये सारे दे सारे एलीमेंट पक्का जी विच आउणगे, इत्थों तो इदां लगी जांदा हैगा आपां नूं कि ये तो इनफिनिट एलीमेंट्स ने। जे ये इनफिनिट एलीमेंट जी विच आउणगे, फिर जी तो बन जाएगा इनफाइनाइट ग्रुप। इनफाइनाइट एलीमेंट जी विच पए ने, तो जी की काउंट एलीमेंट्स की काउंटिंग कितनी होगी, इनफाइनाइट ही होगी। पर जी के एलीमेंट्स की मन्ने हुए हैं अपने, फाइनाइट। जिवें जी आ आप ये कह रहे हैं वो ए भी आ रहा, ए स्केयर भी आ रहा, ए क्यूब भी आ रहा, सोन, ये बहुत सारे नंबर आ रहे हैं। जे ये सारे जी विच आ रहे हैं, ये सारे एलीमेंट जी विच आ रहे हैं, ये एलीमेंट्स की काउंटिंग कितनी कही अपने, ये काउंटिंग कितनी है, पहला 4 पावर, फिर 5, फिर 6, फिर 7, फिर 8, इनफिनिट मैनी एलीमेंट्स ने। जे इनफिनिट मैनी एलीमेंट्स ने, तो जी विच कितने बन गए इनफिनिट मैनी एलीमेंट्स, तो जी की बन गया आपको इनफाइनाइट ग्रुप। पर मन्निया की होया अपने जी नूं फाइनाइट। तो यदा मतलब की हो गया, है नहीं कि ये गलत आ, ये तो पक्का आउणगे ही आउणगे। क्यों आउणगे, बाय क्लोजर प्रॉपर्टी तो सारे ही आउणगे पक्का। तो यदा मतलब की बन गया, मतलब ये बन गया कि ये एलीमेंट फिर सारे डिस्टिंक्ट नहीं होणगे, इन्हां चों सेम होणगे एलीमेंट। जिवें आप एग्जाम्पल लैने समझाने वास्ते, जिवें आप किया है जी कि 1 ओमेगा ओमेगा स्केयर आ लिया सी, ये फाइनाइट ग्रुप आ। ओमेगा की पावर 1 भी जी च आऊगी, मन्नी है अपने ओमेगा,
ओमेगा स्केयर भी जी च आऊगा, ओमेगा क्यूब बाय क्लोजर प्रॉपर्टी ओमेगा इंटू ओमेगा जिवें पिछे किया ना सारा उवें ही है। ओमेगा क्यूब किवें आऊगा, ओमेगा स्केयर इंटू ओमेगा, ये भी जी च ये भी जी च बाय क्लोजर प्रॉपर्टी सारियां पावर जी च आउणगीਆਂ जिवें पिछे आपां ए दे केस च कहा ओमेगा 4 ओमेगा 5 ओमेगा 6 अप टू सो सारे जी विच आउणगे। ਹੁਣ ਇੱਥੇ इदां कन्फ्यूज़ नहीं होना हैगा ਆਪਾਂ ने कि ये सारे ये किवें पॉसिबल ने, ये किवें आउणगे। एलीमेंट तो तीन ने, ये वध ने एलीमेंट, ये वध नहीं हैगे जी, ये भी तीन ही एलीमेंट ने। गौर नाल देखिए आपां, ये पहला सैट की बनूगा, ये 1 सॉरी ओमेगा ओमेगा स्केयर अते 1, ये की बनेगा ओमेगा ओमेगा स्केयर 1, इदां एलीमेंट बन रहे हैं। देखने ਨੂੰ ਲੱਗ ਤਾਂ ਰਹੇ ਨੇ ਆਪਣੇ ਕੋਲ कि एलीमेंट इनफाइनाइट ने, पर ये एलीमेंट ਜਿਹੜੇ ਹੈਗੇ ਨੇ ਵਿੱਚੋਂ सेम ने। ਤੇ डिस्टिंक्ट एलीमेंट किन्ने ने ओवरऑल? डिस्टिंक्ट एलीमेंट ओवरऑल बस 3 ही ने, बाकी सारे सेम बनी जाणगे। जिवें ਤੁਹਾਨੂੰ इदां ਕਿਹਾ ਜਾਵੇ, फॉर एग्जांपल ਲੈ ਲਓ जिवें कोई ग्रुप आ, जिवें आही आ, ਇਹ 'ਚ 1 1 1 1 1 1 अप टू सोन सारे जी च आ रहे हैं। ये सारे एलीमेंट जी च आ रहे, चैक करो 1 भी जी च आ रहा, 1 भी जी च आ रहा, 1 भी जी च आ रहा, 1 भी जी च आ रहा। हुण इदां नहीं है, पहलां भी गल कीती हैगी आ, तुसीं एलीमेंट सीधे इदां गिनती नहीं काउंट करनी हुंदी। इदां पिछे थ्योरम च कीता सी आपां ने, तुसीं इदां नहीं देखना कि एलीमेंट ये 1 2 3 ये इनफिनिटी एलीमेंट बन गए। काउंटिंग आपां एलीमेंट की तां कर सकते हैं जे आपां कन्फर्म आ कि एलीमेंट सारे डिस्टिंक्ट ने। ये पिछे थ्योरम च कीता होया, ਤੁਹਾਨੂੰ ਪੁੱਛਿਆ ਜਾਵੇ ਕਿ ਇਹ ਕਿੰਨੇ ਐਲੀਮੈਂਟਸ ਨੇ, ਤੁਸੀਂ ਦੱਸ ਸਕਦੇ ਹੋ ਕਿ ਇਹ ਇਨਫਿਨਿਟ ਐਲੀਮੈਂਟਸ ਨਹੀਂ, ਇੱਕੋ ਐਲੀਮੈਂਟ ਆ, ਕਿਉਂਕਿ ਸਾਰੇ ਦਾ ਸੇਮ ਹੀ ਨੇ। ਕਾਊਂਟਿੰਗ ਕਿੰਨਾ ਦੀ ਕਰਦੇ ਹੁੰਦੇ ਜਿਹੜੇ ਡਿਸਟਿੰਕਟ ਹੋਣ, ਜਿਵੇਂ ਉਰੇ ਦੇਖੋ, ਉਰੇ ਤੁਹਾਨੂੰ ਪੁੱਛਿਆ ਜਾਵੇ ਕਿੰਨੇ ਐਲੀਮੈਂਟਸ ਨੇ, ਤੁਸੀਂ ਇੱਦਾਂ ਨਹੀਂ ਕਹਿ ਸਕਦੇ ਕਿ ਇਹ ਇਨਫਿਨਿਟ ਮੈਨੀ ਐਲੀਮੈਂਟਸ ਨੇ। ਦੇਖਣ ਨੂੰ ਲੱਗਦਾ ਰਹੇ ਨੇ ਆਪਣੇ ਕੋਲ, ਪਰ ਇਨਫਿਨਿਟ ਮੈਨੀ ਐਲੀਮੈਂਟਸ ਜੇ ਕਾਊਂਟਿੰਗ ਕਰਨੀ ਹੋਵੇ ਤਾਂ ਕਾਊਂਟਿੰਗ ਕਰਨ ਵਾਸਤੇ ਆਪਾਂ ਨੂੰ ਡਿਸਟਿੰਕਟ ਚਾਹੀਦੇ ਨੇ, ਡਿਸਟਿੰਕਟ ਐਲੀਮੈਂਟ ਹੀ ਕਾਊਂਟ ਕਰਨੇ ਹੁੰਦੇ ਨੇ ਆਪਾਂ ਨੇ। तो ये काउंटिंग की आपने डिस्टिंक्ट एलीमेंट बस 3 ही ने, ये ओवरऑल कितने एलीमेंट्स ने? 3 एलीमेंट ने, ये तिने ये आ रहे हैं। बस इस गल से कन्फ्यूज़ नहीं होना, आप जिवें मेरे गल कह रहे हैं आप देखने लगता रहे हैं अपने इनफिनिट मैनी एलीमेंट्स ने, पर ये इनफिनिट मैनी एलीमेंट्स आप काउंट ही नहीं कर सकते हजे। क्यों नहीं काउंट कर सकते? बिकॉज अपन पता ही नहीं कि डिस्टिंक्ट ने एलीमेंट सारे, ये अपन पता ही नहीं डिस्टिंक्ट ने एलीमेंट, की पता पिछों सेम होण एलीमेंट। इस करके ये गल दस रहा सी ये कि अपने कोल इतों देखने लग रहा है कि जी च इनफिनिट मैनी एलीमेंट्स हो गए, पर जी विच इनफिनिट मैनी एलीमेंट्स नहीं कह सकते आप। गल वही पिछे वाली आ गई, आप इनफिनिट मैनी एलीमेंट्स क्यों कह रहे हैं कि अपन पता कि सारे डिस्टिंक्ट ने, गिण के फिर चैक करने होंगे ने, तो गिणती आप कर सकते हैं जे सारे एलीमेंट डिस्टिंक्ट होणगे। उरे तुसीं इहनूं कहोगे इनफिनिट मैनी एलीमेंट्स है, गलत आ, देखने लगा तो रहा, पर गिनती करनी है पता। इन्हें गिनती की किन्नी, गिनती कदों होगी, किमें होगी? डिस्टिंक्ट एलीमेंट गिणांगे आप, तो गिनती तो ये काउंटिंग तो एक ही आ, एक ही एलीमेंट डिस्टिंक्ट आ, बस बाकी सारे सेम ही ने। उरे गिनती करिए आप एलीमेंट किन्ने ने, इनफिनिट मैनी नहीं कहने आप एलीमेंट्स। हुण गल ध्यान रखनी है, देखने चाहे अपना इनफिनिट मैनी एलीमेंट्स लग रहे होण, पर जो काउंटिंग करनी है इन्हां दी तो आपने देख लेना कि डिस्टिंक्ट एलीमेंट ये विचों किन्ने ने, उन्ने ही काउंट करने आपने। इस करके आप देखने लगता रहा कि ये इनफिनिट एलीमेंट्स ने, पर इन्हें काउंटिंग नहीं कर सकते। आप काउंटिंग क्यों नहीं कर सकते है? बिकॉज ये पता नहीं कि सारे डिस्टिंक्ट ने कि नहीं डिस्टिंक्ट। मान लो, सपोज कर लो, अगे कंटिन्यू कर रहे हैं, सपोज ऑल एलीमेंट्स आर डिस्टिंक्ट, ऑल एलीमेंट्स आर डिस्टिंक्ट, ये सारे एलीमेंट डिस्टिंक्ट ने, बट ऑर्डर ऑफ जी कितना हैगा? एन, एन की मन्ने आपने फाइनाइट। विच इज़ नॉट पॉसिबल, इस तो बाद लिखांगे विच इज़ नॉट पॉसिबल। हुणे पॉसिबल क्यों नहीं है? जे सारी एलीमेंट डिस्टिंक्ट होण
फिर ये इनफाइनाइट एलीमेंट जी विच आ गए। जे इनफाइनाइट एलीमेंट जी विच आ गए तो जी का ऑर्डर की बन जाऊगा इनफाइनाइट, पर मन्निया कि ਆਪਾਂ ने जी का ऑर्डर फाइनाइट। तो ये सारे डिस्टिंक्ट नहीं हो सकते। जे सारे डिस्टिंक्ट नहीं हो सकते है, इन्हां चों कोई दो सेम होणगे, विच इज नॉट पॉसिबल करता। देयरफॉर अगे लिख रहे, देयरफॉर ए इन्हां विचों कोई दो ला ले, ए दी पावर आई इक्वल टू ए दी पावर जे, वेयर आई ग्रेटर दैन जे। ये देख लो किवें। हुण जे सारे डिस्टिंक्ट नहीं होणगे, ये गलत करता आपां ने, तो कोई दो एलीमेंट पक्का सेम होणगे। डिस्टिंक्ट वाला हुंदा सारे अलग अलग ने, जे डिस्टिंक्ट ना होण तो कोई दो पक्का सेम होणगे। वो दो किहड़े मन्ने ने, सो चली जा रहे हैं। एक तो ए दी पावर जे मन्निया, एक ए दी पावर आई मन्निया, आ दो सेम मान लिया अपने। एक ए दी पावर जे, एक अपने ए दी पावर आई। आ लिखा ना अपने कि आई ग्रेटर, जिस तरह मर्जी मान लो, कोई प्रॉब्लम नहीं हैगी, ये कोई प्रॉब्लम नहीं हैगी। आप मन्निया कि ए दी पावर आई वड्डा मन्निया कि ए दी आई पावर ये बाद विच आ रही है, जे पावर पहला आ रही है। जिमें 3 पावर पहला आऊगी, 10 पावर लवांगे वो बाद च आऊगी। जे आप कोई दो सेम लवोगे, जिमें आह तो आ दो सेम ने, मान लो आ दो सेम ने, जी वड्डी पावर हैगी उन्होंने आई मन्निया आपने, जी छोटी पावर हैगी उन्होंने जे मन्निया। ये सपोज ही किया आपने, ये तो कन्फर्म पक्का दो सेम होंगे। इस तो बाद पोस्ट मल्टीप्लाई बाय ए दी पावर माइनस जे। हुण ये ध्यान रखना कि ए दी पावर माइनस जे की है, ए दी पावर माइनस जे की आ, ए दी पावर जे का इनवर्स आ। ये पहला किया है लास्ट लैक्चर च आपने। ये पोस्ट मल्टीप्लाई किया, ये आ गया ए दी पावर आई, ए दी पावर आई, ए दी पावर माइनस जे, ए दी पावर जे, ए दी पावर माइनस जे। इस तो बाद ये पहला किया प्रॉपर्टियां विच आपने कि ए दी पावर आई माइनस जे हो जाएगा। ये किसी एलीमेंट नूं उहदे इनवर्स नाल मल्टीप्लाई करांगे आपां जां ऑपरेट करांगे तो पक्का की बनेगा, आइडेंटिटी। एक तरीका यह है। एक तरीका होर की हैगा, पिछे किता इहनूं पावर आप ऐड कर सकते हुंदे ने, पावर ऐड करांगे तो ए दी पावर 0 हो जाएगा, कट जाएगा। ए दी पावर 0 पिछे डिफाइन किया सी आपां ई, दोनों तरीके ध्यान रखने। तो ए दी पावर आई माइनस जे आपां ई शो करता, तो लैट कर लो जिहड़ा आई माइनस जे हैगा इनू एम मान लो, जो मर्जी मान लो सिंपल। तो देयरफॉर ए दी पावर एम की बन गया अपने को, ई बन गया। सौखा लिखने वास्ते एम सपोज कर लिया। हुण उही गल आ गई, ऑर्डर ऑफ ए कितना होगा, ये नहीं पता कि ऑर्डर ऑफ ए कितना होगा, पर ए तो पता कि ऑर्डर ऑफ ए पक्का एग्जिस्ट करूगा। नहीं पिछे लिया सी अपने, पिछे की लिया सी आपां ए दी पावर 10 इक्वल टू ई है। ये नहीं पता कि ऑर्डर ऑफ ए कितना होगा। 10 भी आ सकता जे इस तो पहला ई ना बने, जे इस तो पहला ई बन गया तो ऑर्डर आप छोटी पावर लवांगे, वो पावर आऊगी। ऑर्डर ऑफ ए 10 आऊगा या 10 तो घट आऊगा, ये नहीं पता कि ऑर्डर कितना होगा, पर यह तो कन्फर्म है कि ऑर्डर ऑफ ए पक्का आऊगा, एग्जिस्ट करेगा। उमें उरे कहता आपने कि ए दी पावर एम ई बन गया, ये नहीं पता कि ऑर्डर की होगा। जे इस तो पहला ई ना बनया तो ऑर्डर ऑफ एम ई बन जाऊगा, जे इस तो पहला ऑर्डर ऑफ ए एम बन जाएगा, जे इस तो पहला ई बन गया तो जी छोटी पावर होगी, हम आप ऑर्डर लवांगे। दोबारा सुन लो, जे तो इस तो पहला ए दी पावर एम है, इस तो पहला ई ना बनया, फिर छोटी पावर यही बन जाएगी, तो ऑर्डर ऑफ ए कितना हो जाएगा अपने को एम। इस तो पहला जे ई बन गया तो ऑर्डर ऑफ ए छोटी पावर लवांगे। मैं दोनों केस दे विच ऑर्डर ऑफ ए पक्का एग्जिस्ट करदा। हुण ए की मन्निया सी आपां ने जनरल एलीमेंट, जे ओहदा ऑर्डर एग्जिस्ट करेगा मतलब हरेक एलीमेंट का ऑर्डर एग्जिस्ट करेगा। देयरफॉर ऑर्डर ऑफ एवरी एलिमेंट ऑफ
फाइनाइट ग्रुप एग्जिस्ट ये ਆਪਾਂ ਨੇ ਥਿਓਰਮ ਸ਼ੋ ਕਰਨੀ ਸੀ। ਚਲੋ ਜਿਵੇਂ ਕੰਸੈਪਟ ਦੱਸੇ ਗਏ ਨੇ ਉਹਦੇ ਨੋਟ ਕਰ ਲਿਓ, ਨਾਲ ਨਾਲ ਤੁਹਾਨੂੰ ਫਿਰ ਤੁਹਾਨੂੰ ਸਮਝ ਆ ਜਾਏਗਾ ਸਾਰਾ ਕਿਉਂ ਕਿਵੇਂ ਕੀਤਾ ਆਪਾਂ ਸਾਰਾ। ਹੁਣ ਅੱਗੇ ਕਰਨ ਲੱਗੇ ਆਪਾਂ ਇਸ ਤੋਂ ਬਾਅਦ। ਹੁਣ ਥਿਓਰਮ ਨੈਕਸਟ ਸਟੇਟਮੈਂਟ ਕਰਨੀ ਹੈ, ਪਹਿਲੇ ਰੱਬ ਕਰ ਲਈ ਆਪਾਂ। ਉਹ ਸਟੇਟਮੈਂਟ ਹੁਣ ਦੇਖੋ, ਜੇ ਨਾਲ ਸਟੇਟਮੈਂਟਾਂ ਕਲੀਅਰ ਨਹੀਂ ਕਰੋਗੇ ਜਾਂ ਨਾਲ ਥਿਓਰਮਾਂ ਤੁਸੀਂ ਤਿਆਰ ਨਹੀਂ ਕਰੋਗੇ, ਤੁਹਾਨੂੰ ਸਟੇਟਮੈਂਟਾਂ 'ਚ ਹੀ ਆਪਸ 'ਚ ਕਨਫਿਊਜ਼ਨ ਸਟਾਰਟ ਹੋ ਜਾਏਗੀ। ਸਟੇਟਮੈਂਟਾਂ ਵਿੱਚ ਤੁਹਾਨੂੰ ਕਨਫਿਊਜ਼ ਹੋ ਜਾਓਗੇ। ਜਿਹੜੀ ਆਪਾਂ ਉਹ ਸਟੇਟਮੈਂਟ ਦੇਖਣੀ ਆ, ਦੇਖੋ ਪਿੱਛੇ ਨਾਲ ਦੀ ਕੁਛ ਸੇਮ ਜੀ ਆ, ਉਹ ਸੇਮ ਜੀ ਲੱਗੂਗੀ। ਮੈਂ ਸਟੇਟਮੈਂਟ ਪੜ੍ਹ ਰਿਹਾ ਹੈਗਾ, ਤੁਸੀਂ ਵੀ ਦੇਖ ਲਓ ਸਟੇਟਮੈਂਟ ਕੀ ਹੈ। ਇਫ G is a finite group of order n, then show that for any A belongs to G, there exists some positive integer r हैगा 1 to n, 1 less than equal to r less than equal to n, such that A ਦੀ ਪਾਵਰ r equals to e। ਚਲੋ ਪਹਿਲਾਂ ਸਟੇਟਮੈਂਟ ਲਿਖਦੇ ਹਾਂ ਆਪਾਂ ਜੀ ਕਿ ਸਟੇਟਮੈਂਟ ਦੇ ਵਿੱਚ ਕੀ ਆਪਾਂ ਪ੍ਰੂਵ ਕਰਨਾ ਹੈਗਾ। ਫਿਰ ਇਹ ਦੇਖਣਾ ਕਿ ਪਿਛਲੀ ਸਟੇਟਮੈਂਟ ਤੇ ਸਟੇਟਮੈਂਟ 'ਚ ਕੀ ਫਰਕ ਲੱਗ ਰਿਹਾ ਆਪਾਂ ਨੂੰ, ਫਿਰ ਪ੍ਰੂਫ ਸਟਾਰਟ ਕਰਾਂਗੇ ਆਪਾਂ। ਤੋ ਸਟੇਟਮੈਂਟ ਲਿਖਦੇ ਹਾਂ ਆਪਾਂ। ਆਰਡਰ ਆਫ G ਕਿੰਨਾ ਹੈਗਾ n, ਮਤਲਬ G ਕੀ ਆ ਆਪਣੇ ਕੋਲ ਫਾਈਨਾਈਟ ਗਰੁੱਪ ਹੈ, ਤੇ A ਕੋਈ ਵੀ ਐਲੀਮੈਂਟ ਲਿਆ ਹੈ ਆਪਾਂ G ਵਿੱਚੋਂ, A ਕੋਈ ਵੀ ਐਲੀਮੈਂਟ G ਵਿੱਚ ਦਿੱਤਾ ਹੋਇਆ, ਕੋਈ ਵੀ ਐਲੀਮੈਂਟ। ਦੈਨ ਸ਼ੋ ਕਰਨਾ ਆਪਾਂ ਨੇ ਕਿ A ਦੀ ਪਾਵਰ r ਪੱਕਾ e ਬਣੇਗਾ 1 ਲੈਸ ਦੈਨ r ਲੈਸ ਦੈਨ ਇਕੁਅਲ ਟੂ n, ਮਤਲਬ 1 ਤੋਂ ਲੈ ਕੇ n ਪਾਵਰ ਤੱਕ ਕਿਸੇ ਇੱਕ ਪਾਰ ਵਾਸਤੇ ਪੱਕਾ e ਹੋਊਗਾ। ਜਿਹੜੀ ਪਿਛਲੀ ਥਿਓਰਮ ਕੀਤੀ ਸੀ ਆਪਾਂ ਨੇ ਉਹਦੇ ਵਿੱਚ ਕੀ ਸੀਗਾ, ਉਹਦੇ 'ਚ ਆਪਾਂ ਨੇ ਆਰਡਰ ਆਫ A n ਮੰਨਿਆ ਸੀਗਾ, ਆਰਡਰ ਆਫ G ਆਰਡਰ ਆਫ G ਸੇਮ n ਹੀ ਸੀਗਾ। ਉਵੇਂ ਆਪਾਂ A ਲਿਆ ਸੀ G 'ਚ, ਉਹ 'ਚ ਸ਼ੋਅ ਕੀਤਾ ਸੀ ਕਿ ਆਰਡਰ ਆਫ A ਐਗਜ਼ਿਸਟ ਕਰੇਗਾ। ਫਰਕ ਥੋੜ੍ਹਾ ਦੇਖ ਲਿਓ, ਉਹਦੇ ਵਿੱਚ ਕੀ ਸ਼ੋਅ ਕੀਤਾ ਸੀਗਾ, ਆਰਡਰ ਆਫ A ਐਗਜ਼ਿਸਟ ਕਦੋਂ ਕਰੇਗਾ, ਕਿਸੇ ਵੀ ਪਾਵਰ ਵਾਸਤੇ ਇਹਨੂੰ E ਸ਼ੋਅ ਕਰ ਦਿਓ, ਕਿਸੇ ਵੀ ਪਾਵਰ ਵਾਸਤੇ ਜੇ E ਸ਼ੋਅ ਕਰਦੀ ਆਪਾਂ ਤਾਂ ਇਹਦਾ ਮਤਲਬ ਬਣ ਗਿਆ ਕਿ ਆਰਡਰ ਆਫ A ਪੱਕਾ ਐਗਜ਼ਿਸਟ ਕਰ ਰਿਹਾ। ਇਹ ਨਹੀਂ ਪਤਾ ਕਿੰਨਾ ਹੋਊਗਾ ਪਰ ਪੱਕਾ ਐਗਜ਼ਿਸਟ ਕਰ ਰਿਹਾ। ਉਰੇ ਆਪਾਂ ਨੇ ਪਾਵਰ ਕੋਈ ਵੀ ਲੈ ਕੇ ਉਹਨੂੰ E ਸ਼ੋਅ ਕਰਤਾ ਸੀਗਾ, ਕਿਸੇ ਵੀ ਪਾਵਰ ਨੂੰ ਆਪਾਂ E ਸ਼ੋਅ ਕੀਤਾ ਸੀ, ਤਾਂ ਉਹਨੇ ਨਾਲ ਕੰਡੀਸ਼ਨ ਹੋਰ ਸ਼ੋਅ ਕਰਤੀ, ਹੋਰ ਪ੍ਰੂਵ ਕਰਨ ਵਾਸਤੇ ਕਹਿਤਾ ਆਪਾਂ ਨੂੰ ਕਿ ਇਹ ਪਾਵਰ ਕੋਈ ਮਰਜ਼ੀ ਨਾ ਹੋਵੇ, ਇਹ ਪਾਵਰ 1 ਤੋਂ ਲੈ ਕੇ n ਤੱਕ ਹੋਵੇ। ਇਹ ਗੱਲ ਕਹਦੀ ਥਿਓਰਮ ਦੇ ਵਿੱਚ ਆਪਾਂ ਨਾਲ ਪਿਛਲੀ ਸਟੇਟਮੈਂਟ ਦੇ ਵਿੱਚ ਕਿਸੇ ਪਾਵਰ ਵਾਸਤੇ ਆਪਾਂ E ਸ਼ੋਅ ਕੀਤਾ ਸੀਗਾ, ਉਰੇ ਕਹਿਤਾ ਉਹਨੇ ਪਾਵਰ ਕੋਈ ਮਰਜ਼ੀ ਨਾ ਹੋਵੇ, ਜਿਹੜੀ ਪਾਵਰ ਹੈਗੀ ਆ ਉਹ 1 ਤੋਂ ਲੈ ਕੇ n ਤੱਕ ਹੋਵੇ, ਉਹਦੇ ਵਾਸਤੇ E ਬਣੇ। ਇਹ ਗੱਲ ਆਪਾਂ ਸ਼ੋਅ ਕਰਨੀ ਹੈ ਇਹਦੇ 'ਚ। ਉਹੀ ਇਹ ਸਟੇਟਮੈਂਟਾਂ ਪ੍ਰੋਪਰ ਨਹੀਂ ਕਲੀਅਰ ਕਰੋਗੇ ਤਾਂ ਥਿਓਰਮ ਤੁਹਾਨੂੰ ਪੁੱਛੀ ਹੋਊਗੀ ਆਹ ਵਾਲੀ, ਤੁਸੀਂ ਪ੍ਰੂਫ ਆਹ ਕਰ ਦੇਵੋਗੇ, ਜਾਂ ਆਹ ਪੁੱਛੇਗੀ ਪ੍ਰੂਫ ਆਹ ਕਰ ਦੇਵੋਗੇ, ਫਿਰ ਕਨਫਿਊਜ਼ਨ ਸਟਾਰਟ ਹੋ ਜਾਏਗੀ ਇਹਦੇ ਵਿੱਚ। ਇਸ ਕਰਕੇ ਥੋੜ੍ਹਾ ਜਿਹਾ ਇਹ ਸਟੇਟਮੈਂਟ ਧਿਆਨ ਦੇਖਣਾ ਕਿ ਉਹਦੇ ਸ਼ੋਅ ਕਰਨਾ ਆਪਾਂ ਨੇ ਕਿ ਕਿਸੇ ਪਾਵਰ ਵਾਸਤੇ ਇਹ ਨਹੀਂ ਹੈਗਾ ਕਿ ਕੰਪਲਸ਼ਨ ਹੈ ਕਿ ਪਾਵਰ r ਤੋਂ ਲੈ ਕੇ n ਤੱਕ ਹੋਵੇ, ਇਹ ਗੱਲ ਸ਼ੋਅ ਕਰਨੀ ਹੈ ਆਪਾਂ ਨੇ। ਚਲੋ ਉਹ ਕਰਦੇ ਹਾਂ, ਬਾਕੀ ਦਾ ਪ੍ਰੂਫ ਸੌਖਾ ਹੀ ਆ। ਹੁਣ ਪਾਵਰ r 1 ਤੋਂ ਲੈ ਕੇ n ਤੱਕ ਕਿੱਦਾਂ ਸ਼ੋਅ ਕਰਨੀ ਹੈਗੀ ਆ, ਉਹ ਦੇਖੋ। ਇਹ ਆਪਾਂ ਪ੍ਰੂਵ ਕਰਨਾ ਸੀ। ਵੀ ਆਰ ਟੂ ਪ੍ਰੂਵ ਦੈਟ, ਤੇ ਪ੍ਰੂਫ ਕਰਦੇ ਹਾਂ ਆਪਾਂ। ਦੇਖੋ ਉਵੇਂ ਆ, A ਦਿੱਤਾ ਹੈ G ਵਿੱਚ, ਦੈਨ ਉਰੇ ਧਿਆਨ ਰੱਖਣਾ ਕਿ A ਦੀ ਪਾਵਰ 0। ਹੁਣ ਇਹ ਪਹਿਲਾਂ 0 ਦੀ ਗੱਲ ਨਹੀਂ ਕੀਤੀ, ਪਿੱਛੇ ਆਪਾਂ ਨੇ ਉਹਦੇ ਲੋੜ ਪੈਣੀ ਆ ਤਾਂ 0 ਲਿਆ ਪਹਿਲਾਂ। ਉਰੇ ਆਪਾਂ ਨੇ A ਦੀ ਪਾਵਰ 1, A ਦੀ ਪਾਵਰ 2 ਅਪ ਟੂ ਸੋ ਔਨ A ਦੀ ਪਾਵਰ n, ਇਹ ਸਾਰੇ G ਵਿੱਚ ਆਉਣਗੇ ਜੀ। ਹੁਣ ਉਹੀ ਹੈ ਸਟੇਟਮੈਂਟ ਕਲੀਅਰ ਹੋ ਗਈ। ਅਤੇ ਧਿਆਨ ਪਿਛਲੇ ਪ੍ਰੂਫ ਦੇ ਵਿੱਚ ਆਪਾਂ ਨੇ ਨਾ ਤਾਂ ਆਹ ਲਿਆ ਸੀ, ਇਹ ਸੋਨ ਚਲਾਇਆ ਸੀ, ਸੋਨ ਗਿਆ ਸੀ ਅੱਗੇ ਤੱਕ, ਇਹ ਆਪਾਂ ਉਹਨੂੰ n ਤੱਕ ਰੋਕ ਲਿਆ।
एन तक आप रोक लिया। सो बाकी लग जाएगा पता क्यों रोकिया आप एन तक जी, अगे क्यों नहीं गए ये लग जाएगा पता। ये सारे जी विच आएंगे, क्यों आएंगे? बाय क्लोजर प्रॉपर्टी, बाय क्लोजर प्रॉपर्टी। ये पिछे वांग किया आपने। चलो ए तो कन्फर्म आ कि ए तो आ ही रहा जी, ए स्केयर क्यों आऊगा? बिकॉज ए इंटू ए किया वो बिच आ जाएगा, ये सारे बिच आएंगे। हुण ए किवें बिच आ गया? ए दी पावर 0 जिहड़ा हुंदा हैगा वो ई हुंदा, जे ई हुंदा हैगा तो ई तो आइडेंटिटी एलीमेंट, तो आइडेंटिटी एलीमेंट जी च पक्का आऊगा। वेयर ई इज आइडेंटिटी इन जी। ये कह सकते हैं आप, जां तुसीं कहोगे फिर ए दी पावर 0, फिर आप ए चलो ए तो आ गया, ये क्लोजर प्रॉपर्टी नाल विच आया, ये भी क्लोजर प्रॉपर्टी करके विच आया जी। ए उपर ये क्लोजर प्रॉपर्टी करके तो नहीं आया विच, पाया आप और क्लोजर प्रॉपर्टी है। ये कोई प्रॉब्लम नहीं हैगी, आप पा सकते हैं कि ए दी पावर 0 बाय क्लोजर प्रॉपर्टी विच आ सकता। क्लोजर प्रॉपर्टी नाल विच किवें आ सकदा? क्योंकि ए जी च ए इनवर्स भी पक्का जी च होगा, जी ग्रुप है इनवर्स एग्जिस्ट करेगा। इन्हों मल्टीप्लाई करांगे तो आंसर की आऊगा? पक्का जी विच आऊगा। ये 1 पावर आ तो ए दी पावर 0 पक्का कि आ गई जी च आ गई। मतलब ये कोई प्रॉब्लम नहीं हैगी, ये चीज़ आप क्लोजर प्रॉपर्टी लिख सकते हैं नाल। बाकी थोड़ी मर्जी, इस तरह मर्जी कर लो। सो मेन च हैगी है कि 0 तो स्टार्ट करना आपने तो एन तक रोकना। ये क्यों रोकिया वो देखना आपने कि ये सारे एलीमेंट डिस्टिंक्ट होणगे। सपोज दैट all above elements are distinct। सपोज कर लिया कि सारे एलीमेंट डिस्टिंक्ट ने, कि ये डिस्टिंक्ट होंगे, सारे डिस्टिंक्ट हो फिर आप काउंटिंग कर सकते हैं। ये काउंटिंग कितनी होगी? ये छड़ दो, ये n एलीमेंट्स हो गए, n एलीमेंट्स एक होर एक्स्ट्रा आ गया, n+1 एलीमेंट्स बन गए। कि जी विच n+1 एलीमेंट्स ने? नहीं, जी च कितने एलीमेंट गिवन ने अपन n एलीमेंट्स ने। जे सारे डिस्टिंक्ट होणगे, जे सारे डिस्टिंक्ट होणगे तां ये एलीमेंट्स n+1 बनणगे जी विच। पर जी च एलीमेंट तां डिस्टिंक्ट सिर्फ n ही आ रहे दिता है अपन, विच इज़ नॉट पॉसीबल, विच इज़ नॉट पॉसीबल। ये पॉसीबल क्यों नहीं हैगा? बिकॉज ऑर्डर ऑफ जी कितना हैगा? n। डिस्टिंक्ट एलीमेंट n बनने आप, n+1 तो आ ही नहीं सारे डिस्टिंक्ट एलीमेंट हो, तो कोई 2 सेम होंगे पक्का दे विचों। then इत्थे लिखते हैं तो कोई 2 एलीमेंट जो पक्का सेम होंगे जी। हूँ कोई 2 एलीमेंट किहड़े मान रहे हैं? केस पहला, केस पहला की मन्निया कि कोई 2 एलीमेंट आ 2 सेम हो सकते हैं। अपन किहड़ा पता है कि एलीमेंट किहड़े 2 सेम होणगे? तो पहला केस की लै रहे हैं कि इन्हां विचों कोई एक एलीमेंट इहदे नाल सेम हो सकता, आ इहदे नाल सेम हो सकता, आह इहदे नाल सेम हो सकता, आह एलीमेंट इहदे नाल सेम हो सकता, जां आह आपस सेम हो सकते हैं। ये केस बाद चों करांगे आपां आपस सेम वाला। ये हो सकता है कि जे कोई 2 एलीमेंट सेम ने तो आह वाला एलीमेंट इहदे सेम आ सकता, आह वाला एलीमेंट इहदे सेम आ सकता, आह वाला एलीमेंट इहदे सेम आ सकता, ये भी आ सकता, तो आपस भी सेम हो सकते हैं। वो केस बाद चों करांगे आपां। तो पहला केस लिया कि इन्हां विचों कोई एक एलीमेंट इहदे बराबर आ। देयर एग्जिस्ट आर सच दैट ए दी पावर आर इक्वल्स टू ई। देखो ध्यान, हुण पता नहीं किहड़े एलीमेंट सेम होगा, वो पावर आप जनरल पावर आर लैनी उरे, जो प्रूव करना उत्थे देख के आप आर मन्निया जो प्रूव करना। हुण ये नहीं पता कि इन्हां विचों किहड़ा पावर सेम होगी, जनरल पावर आप आर मान ली। देयर एग्जिस्ट आर
तो आर कितों कि आर की वैल्यू कितों कि तक जाएगी, आर कि मन्ने आप 1 तो लैके एन तक जाऊगी। आ भी आ सकती है, आ भी आ सकती है ना, विचों लिया अपने दसा देयर एग्जिस्ट आर 1 लैस दैन इक्वल टू आर लैस दैन इक्वल टू एन, कि जोड़ा आर हैगा कितों मन्ने आप 1 तो लैके एन तक। ये पक्का होगा आर एक कि ए दी पावर आर पक्का ई होगी। आही चीज़ नहीं प्रूव करनी सी आपां कि ए दी पावर आर पक्का ई होएगी, आर 1 तो लैके एन तक होगा। ये भी तो हो गया ए दी पावर आर पक्का ई हो गया, आर 1 तो लैके एन तक हो गया। इस करके इत्थे लिख देवांगे आप थ्योरम इज़ प्रूव्ड। पहले केस वास्ते थ्योरम जिहड़ी हैगी आ ये प्रूव्ड होगी। ब्रैकेट च आपां ना पाइए, कॉमा पढ़, मतलब जे इन्हां विचों कोई एक एलीमेंट ये सेम हो गया थ्योरम प्रूव हो जाएगी। पर ये आपस भी तो सेम हो सकते हैं, ये किहड़ा कंपल्शन है कोई। तो केस सैकेंड लिया आपने, वो की है कि आपस सेम हो, ए दी पावर आई इक्वल टू ए दी पावर जे, इन्हां चों सेम कर लिया आप। पहला वांगू भी ले लिया, जिहड़ा आई हैगा वो जे नालों की है ग्रेटर आ, मतलब जे पहला लिया सी अपने ए दी पावर जे पहला आऊगी, उस तो बाद ए दी पावर आई आऊगी। मतलब ए पावर वड्डी लई है, ये पावर छोटी आ, ये बाद विच आएगा, ये पहला आऊगा, ये पहला वांगू मन्निया अपने। पर हुण ये दसना अपने कि ये दोने पावरां किहदे विचों लईआं अपने, ये दोने पावरां दे विचों लईआं उरों तो लैके उरों तक, मतलब 1 तो लैके दोने पावरां आई जे, आई कॉमा जे, ये एन तक लईआं। ये दोने पावर्स आपां 1 तो लैके एन तक लईआं ने। तो की मन्निया अपने आई ग्रेटर दैन जे। बस समझ के करी जाओ, फिर क्वेश्चन इंटरस्टिंग भी लगूगा, हो भी जाएगा। ये बाकी तो पहला वांगू ही आ, इन्हों आपां पोस्ट प्री जो मर्जी कर लो, पोस्ट मल्टीप्लाई बाय ए दी पावर माइनस जे। इन्हों पोस्ट मल्टीप्लाई किया, पिछे मल्टीप्लाई करना जी, ए दी पावर माइनस जे आ गया, ए दी पावर जे, ए दी पावर माइनस जे आ। हुण जे का इनवर्स आ माइनस जे, ए की बन जाएगा आइडेंटिटी। तो ए दी पावर आई माइनस जे कितना आ जाएगा, ई आ जाएगा। तो लैट कर लिया अपने आई माइनस जे नूं आर मान लिया जी, तो ए दी पावर आर ई बन गया। अजे पूरा नहीं आया, आप आर की शो करना आप 1 तो लैके एन तक, तो थ्योरम पूरी प्रूफ होगी। यह शो करना कि आर 1 तो लैके एन दे विच तक होगा, इस थ्योरम प्रूफ होएगी। चलो देखो हुण आर किनूं मन्निया आप आई माइनस जे नूं। हुण ये गल समझनी है ध्यान नाल किवें आ, मैं थोड़ा जिहा पिछे रब किता लिख रहा दोबारा। आपने ए दी पावर 1, ए दी पावर 2, ए दी पावर 3 अप टू सोन ए दी पावर एन, ये जी विच सीगे ई पा के, इन्हां विचों आपां कोई 2 सेम करे ने, ये लिखिया आपां सारा। मतलब कि ए दी पावर आई जिहड़ी हैगी बाद चों आ रही है, ए दी पावर जे पहलां होगी। हुण आपां ये गल देखनी हैगी आ आर कितना आऊगा, आर किनों मन्निया आप आई माइनस जे। हुण सोचना ध्यान नाल कि आई माइनस जे की वैल्यू कित्थों तो लैके कित्थे तक होगी, ये आपां डिसाइड करना। ये आपां नूं पता कि आई ते जे दोने की ने 1 तो लैके एन तक आ रहे हैं, ये आपां नूं पता। तो ये भी आपां नूं पता कि आई की हैगा जे नालों वड्डा। इत्थों आपां अपना माइंड यूज़ करके अपना दिमाग लगा के ये चीज़ देखनी है कि आई माइनस जे की वैल्यू कित्थों तो कित्थे तक होगी। आई जे बराबर नहीं है, तो ध्यान दो जी, घट तो घट वैल्यू कितनी आऊगी, सो शायद लग रहा है पता। जिन्ने ये नेड़े होणगे दोने, जिवें आ दोने नेड़े नाल पे ने, उन्ना इन्हां दी पावर का डिफरेंस घट होगा। ये पावर आई जे की ने पावर ने, ये पावर का की है अपने को माइनस किया, माइनस में करने पर डिफरेंस, ये पावर का डिफरेंस। जिन्ने नेड़े होणगे उन्ना पावर डिफरेंस घट होगा। थोड़ा जिहा आपां होर लिख लैंदे,
ਇੱਧਰ ਪਾ ਲੈਣੇ ਆਪਾਂ, ਜਿਵੇਂ a ਦੀ ਪਾਵਰ 1, a ਦੀ ਪਾਵਰ 2, a ਦੀ ਪਾਵਰ 3, 4, 5, 6, 7, 8, ਬਸ 8 ਤੱਕ ਲੈਣੇ ਐਲੀਮੈਂਟਸ। ਇਹਦੇ ਵਿੱਚੋਂ ਹੀ ਆਪਾਂ ਨੇ a ਦੀ ਪਾਵਰ i ਲਈ ਆ, ਮੰਨ ਲਓ ਇਹਦੇ ਵਿੱਚੋਂ ਹੀ ਆਪਾਂ a ਦੀ ਪਾਵਰ j ਲਈ ਆ, ਇਹ ਕਨਫਰਮ ਆ, ਇਹ ਕਨਫਰਮ ਆ ਆਪਾਂ ਨੂੰ ਕਿ i j ਤੋਂ ਬੜਾ ਲੈਣਾ, ਇਹ ਵੱਡੀ ਪਾਵਰ ਹੈ ਛੋਟੀ ਪਾਵਰ, ਤਾਂ ਸਭ ਤੋਂ ਘੱਟ ਵੈਲਿਊ ਕਿੰਨੀ ਆਊਗੀ i ਮਾਈਨਸ j ਦੀ। ਪਾਵਰਾਂ ਸਬਟਰੈਕਟ ਕਰਨੀਆਂ, ਪਾਵਰਾਂ ਸਬਟਰੈਕਟ ਕਰਨੀਆਂ, ਮਤਲਬ a ਦੀ ਪਾਵਰ j ਆ ਵੀ ਹੋ ਸਕਦੀ ਹੈ ਪਾਵਰ, ਆ ਵੀ ਹੋ ਸਕਦੀ ਹੈ, ਆ ਵੀ ਹੋ ਸਕਦੀ, ਆ ਵੀ ਹੋ ਸਕਦੀ ਹੈ, ਤਾਂ ਪਾਵਰ ਮੰਨੀ ਆ, ਕੋਈ ਵੀ ਪਾਵਰ ਹੋ ਸਕਦੀ ਹੈਗੀ। ਸੋ ਦੇਖੋ ਧਿਆਨ ਨਾਲ, ਜੇ a ਦੀ ਪਾਵਰ j ਆਹ ਹੋਇਆ, ਇਹ ਵਾਲਾ ਹੋਇਆ, ਤੇ a ਦੀ ਪਾਵਰ i ਆਹ ਵਾਲਾ ਹੋਇਆ, i ਵੱਡਾ ਹੋਊਗਾ, ਤਾਂ ਪਾਵਰ ਦਾ ਡਿਫਰੈਂਸ ਕਿੰਨਾ ਆ ਰਿਹਾ ਉਰੇ 4, ਇਹ 4 ਆ ਜਾਏਗਾ। ਜੇ a ਦੀ ਪਾਵਰ i ਉਰੇ ਹੋਇਆ ਤਾਂ ਪਾਵਰ ਦਾ ਡਿਫਰੈਂਸ ਕਿੰਨਾ ਆ ਜਾਏਗਾ, ਇਸ ਕੇਸ i ਮਾਈਨਸ j ਕਿੰਨਾ ਆ ਜਾਏਗਾ 5 ਆ ਜਾਏਗਾ। ਮਤਲਬ ਆਪਾਂ ਇਹ ਹੁਣ ਆਪ ਦਿਮਾਗ ਲਾਉਣਾ ਕਿ ਘੱਟ ਤੋਂ ਘੱਟ ਵੈਲਿਊ ਕਿੰਨੀ ਆਊਗੀ i ਮਾਈਨਸ j ਦੀ। ਇਹਨਾਂ 'ਚ ਗੈਪ ਘੱਟ ਆ, ਗੈਪ ਘੱਟ ਦਾ ਮਤਲਬ ਕੀ ਹੈ, ਜੇ 3 ਐਲੀਮੈਂਟ ਨੇ ਵਿੱਚ ਬਸ, ਇਹਨਾਂ ਦੋਨਾਂ 'ਚ ਗੈਪ ਜ਼ਿਆਦਾ, ਇਹਨਾਂ a ਸਕੁਅਰ ਤੇ a ਦੀ ਪਾਵਰ 6 ਦੇ ਵਿੱਚ ਗੈਪ ਕਿੰਨਾ ਹੈਗਾ, 3 ਐਲੀਮੈਂਟ ਨੇ, a ਦੀ ਪਾਵਰ ਸਕੁਅਰ ਤੇ a ਦੀ ਪਾਵਰ 7 'ਚ ਗੈਪ ਕਿੰਨਾ ਹੈਗਾ, 4 ਐਲੀਮੈਂਟ ਨੇ ਆਪਣੇ ਕੋਲ। ਜਿੰਨਾ ਗੈਪ ਜ਼ਿਆਦਾ ਹੋਊਗਾ ਓਨਾ ਡਿਫਰੈਂਸ ਆਪਣਾ ਵੱਧ ਆਇਆ, ਜਿੰਨਾ ਗੈਪ ਘੱਟ ਹੋਊਗਾ ਤੇ ਗੈਪ ਘੱਟ, ਡਿਫਰੈਂਸ ਘੱਟ ਹੈ, ਜਿੰਨਾ ਗੈਪ ਘਟਾਵਾਂਗੇ ਡਿਫਰੈਂਸ ਓਨਾ ਘੱਟ ਆਊਗਾ। ਜੇ ਗੈਪ ਆਪਾਂ ਜਮੀ ਖਤਮ ਕਰ ਦੇਵਾਂਗੇ ਡਿਫਰੈਂਸ ਸਭ ਤੋਂ ਘੱਟ ਆ ਜਾਊਗਾ। ਦੇਖੋ ਧਿਆਨ ਨਾਲ, ਇਹਦੇ ਵਿੱਚ ਗੈਪ ਹੈ ਹੀ ਨਹੀਂ ਬਿਲਕੁਲ, ਨਾਲ ਪਏ ਨੇ, ਤਾਂ ਘੱਟ ਤੋਂ ਘੱਟ ਡਿਫਰੈਂਸ ਕਿੰਨਾ ਆਊਗਾ 1 ਆਏਗਾ। ਆਹ ਦੋ ਲੈ ਲਓ, a ਦੀ ਕਿਊਬ ਤੇ a ਦੀ ਪਾਵਰ 4 ਲੈ ਲਓ, ਕੋਈ ਗੈਪ ਨਹੀਂ ਹੈ, ਨਾਲ ਦੇ ਨਾਲ ਪਏ ਨੇ, ਤਾਂ ਡਿਫਰੈਂਸ ਕਿੰਨਾ ਆ ਰਿਹਾ 1, ਤਾਂ ਘੱਟ ਤੋਂ ਘੱਟ ਵੈਲਿਊ ਕਿੰਨੀ ਹੋਊਗੀ 1 ਹੋਊਗੀ। ਵੱਧ ਤੋਂ ਵੱਧ ਵੈਲਿਊ ਕਿਵੇਂ ਲਵਾਂਗੇ, ਸਭ ਤੋਂ ਵੱਡਾ ਗੈਪ ਦੇਖਾਂ, ਸਭ ਤੋਂ ਵੱਡਾ ਗੈਪ ਕੀ ਆ, ਜੇ a ਦੀ ਪਾਵਰ j ਆਪਾਂ ਇਹਨੂੰ ਮੰਨਾਂਗੇ ਤੇ a ਦੀ ਪਾਵਰ i ਆਪਾਂ ਇਹਨੂੰ ਮੰਨਾਂਗੇ, ਇਹਨਾਂ ਦੋਨਾਂ ਦੇ ਵਿੱਚ ਸਭ ਤੋਂ ਵੱਡਾ ਗੈਪ ਹੈ, ਤੇ ਸਭ ਤੋਂ ਮੈਕਸਿਮਮ ਵੈਲਿਊ ਕਿੰਨੀ ਆਊਗੀ, ਮਾਈਨਸ ਕਰਕੇ 7 ਤੱਕ ਆਊਗੀ, ਮੈਕਸਿਮਮ ਵੈਲਿਊ ਕਿੰਨੀ ਆਊਗੀ 7 ਤੱਕ ਆਊਗੀ ਇਸ ਕੇਸ। ਉਵੇਂ ਲੱਗ ਗਿਆ, ਉਹ ਤੁਹਾਨੂੰ ਪਤਾ ਇਹਦੇ ਵਿੱਚੋਂ ਘੱਟ ਤੋਂ ਘੱਟ ਵੈਲਿਊ ਕਿੰਨੀ ਆਊਗੀ ਆਪਣੇ ਕੋਲ, ਜਿੰਨਾ ਗੈਪ ਘਟਾਵਾਂਗੇ, ਜੇ ਜਮੀ ਨਾਲ ਦੇ ਨਾਲ ਪਏ ਨੇ, ਨੇੜੇ ਪਏ ਨੇ, ਜਮੀ ਨਾਲ ਪਏ ਨੇ, ਤਾਂ ਗੈਪ ਸਭ ਤੋਂ ਘੱਟ ਹੋਊਗਾ। ਉਰੇ ਗੈਪ ਕਿੰਨਾ ਆ ਰਿਹਾ ਇਸ ਕੇਸ 'ਚ ਆਪਣੇ ਕੋਲ 1, ਤਾਂ ਵੈਲਿਊ 1 ਆ ਸਕਦੀ ਆ। ਅਤੇ ਸਭ ਤੋਂ ਵੱਡੀ ਵੈਲਿਊ ਕਿੰਨੀ ਆਊਗੀ, ਜਿੰਨਾ ਗੈਪ ਵੱਡਾ ਹੋਊਗਾ। ਗੈਪ ਸਭ ਤੋਂ ਬੜਾ ਕਦੋਂ ਆ, ਜਦੋਂ ਪਹਿਲੀ ਵੈਲਿਊ ਆਪਾਂ ਇੱਥੇ ਮੰਨਾਂਗੇ, ਦੂਜੀ ਵੈਲਿਊ ਸਭ ਤੋਂ ਅਖੀਰ 'ਚ ਮੰਨਾਂਗੇ, ਤਾਂ ਗੈਪ ਕਿੰਨਾ ਆ ਰਿਹਾ, ਸਭ ਤੋਂ ਜ਼ਿਆਦਾ ਗੈਪ ਆ ਰਿਹਾ ਇਹਦੇ ਵਿੱਚ, ਤਾਂ ਡਿਫਰੈਂਸ ਕਿੰਨਾ ਹੋ ਜਾਊਗਾ, ਇਹ i ਹੋ ਗਿਆ, ਇਹ j ਹੋ ਗਿਆ, ਡਿਫਰੈਂਸ ਆ ਜਾਊ ਇਸ ਕੇਸ 'ਚ n ਮਾਈਨਸ 1, ਇਹ n ਮਾਈਨਸ 1 ਆ ਜਾਏਗਾ। ਚਲੋ ਇਹ ਰਫ ਕੰਮ ਸੀਗਾ। ਸਿੱਧੇ ਲਿਖਣਾ, ਕੋਈ ਲਿਖਣਾ ਨਹੀਂ, ਕਿਉਂਕਿ ਇਹ ਤਾਂ ਲੱਗ ਤਾਂ ਰਿਹਾ ਹੋਗਾ ਕਿ ਕਾਫੀ ਔਖਾ ਜਿਹਾ ਕੰਮ ਆ, ਪਰ ਇਹ ਕਾਮਨ ਸੈਂਸ ਦੀ ਗੱਲ ਆ, ਇਹ ਛੋਟੀ ਕਲਾਸ ਦਾ ਕੰਸੈਪਟ ਆ, ਇਸ ਵਾਲੇ ਕੋਈ ਮੈਂਸ਼ਨ ਨਹੀਂ ਕਰਨਾ ਕਿ ਕਿਵੇਂ ਆ ਕਿਵੇਂ ਨਹੀਂ ਆ। ਛੋਟੀ ਕਲਾਸ ਵਾਲੇ ਕੰਸੈਪਟ ਆਪਾਂ ਸਕਿਪ ਕਰ ਸਕਦੇ, ਸਿੱਧਾ ਲਿਖਣਾ ਆਪਾਂ ਨੇ ਇਹ। ਤੇ ਦਿਸ ਇੰਪਲਾਈਜ਼, ਇਹਨੂੰ ਕੀ ਮੰਨਿਆ ਆਪਾਂ, ਆਰ ਮੰਨਿਆ, ਇਹ ਮੈਂ ਰੱਬ ਕਰ ਰਿਹਾ। ਹੁਣ ਪ੍ਰੋਬਲਮ ਇਹ ਆ ਗਈ, ਆਹ ਚੀਜ਼ ਪ੍ਰੂਵ ਕਰਨੀ ਸੀ ਆਪਾਂ ਨੇ ਕੀ ਪ੍ਰੂਵ ਕਰਨਾ ਸੀਗਾ ਕਿ a ਦੀ ਪਾਵਰ r ਇਕੁਅਲ ਟੂ e, r 1 ਤੋਂ ਲੈ ਕੇ n ਤੱਕ ਹੋਊਗਾ। ਆਹ ਚੀਜ਼ ਪ੍ਰੂਵ ਕਰਨੀ ਸੀ ਆਪਾਂ ਨੂੰ, ਸਟੇਟਮੈਂਟ 'ਚ ਆਹ ਚੀਜ਼ ਆਪਾਂ ਨੂੰ ਪ੍ਰੂਵ ਕਰਨ ਵਾਸਤੇ ਗਿਆ ਸੀ। ਤੇ ਪਹਿਲੇ ਪਾਰਟ ਵਾਸਤੇ ਸਿੱਧਾ ਪ੍ਰੂਵ ਹੋ ਗਿਆ, ਦੇਖੋ ਆ ਵੀ ਆ ਗਿਆ, ਆ ਵੀ ਆ ਗਿਆ, ਸਿੱਧਾ ਪ੍ਰੂਵ ਹੋ ਗਿਆ। ਸੈਕਿੰਡ ਪਾਰਟ ਦੇ ਵਿੱਚ ਪ੍ਰੋਬਲਮ ਉਰੇ ਇਹ ਆ ਗਈ ਕਿ ਇਹ ਤਾਂ ਪ੍ਰੂਵ ਹੋ ਗਿਆ, ਆਹ ਨਹੀਂ ਪ੍ਰੂਵ ਹੋਇਆ, ਇਹ ਤਾਂ n ਤੱਕ ਹੈ, ਆਪਣਾ n ਮਾਈਨਸ 1 ਆ ਰਿਹਾ। ਇਹ ਤੁਸੀਂ ਦੇਖ ਸਕਦੇ ਹੈਗੇ ਹੋ, ਲੈਸ ਦੈਨ n ਮਾਈਨਸ 1 n ਤੋਂ ਛੋਟਾ ਹੋਊਗਾ, ਤਾਂ ਇੱਕ ਲੈਸ ਦੈਨ ਇਕੁਅਲ ਟੂ ਸਾਈਨ ਆ, ਇੱਕ ਲੈਸ ਸਾਈਨ ਆ, ਇਹ ਟਰਮ ਆਪਾਂ ਵਿੱਚੋਂ ਛੱਡਣੀ ਆ, ਸਕਿਪ ਕਰਨੀ ਆ, ਤਾਂ ਲਿਖ ਸਕਦੇ ਹੈਗੇ ਆ ਆਪਾਂ 1 ਲੈਸ ਦੈਨ ਇਕੁਅਲ ਟੂ r ਲੈਸ ਦੈਨ n, ਇਹ ਲਿਖ ਸਕਦੇ। ਚਲੋ n ਕਿਉਂ ਬਣਾਇਆ, ਕਿਉਂ n ਚਾਹੀਦਾ ਸੀ ਆਪਾਂ ਨੂੰ। ਹੁਣ ਫੇਰ ਨਹੀਂ ਆਂਸਰ ਆਇਆ ਆਪਣੇ ਕੋਲ, ਫਿਰ ਆਂਸਰ ਕਿਉਂ ਨਹੀਂ ਆਇਆ ਆਪਣੇ ਕੋਲ, ਇਹ ਲੈਸ ਦੈਨ ਇਕੁਅਲ ਟੂ ਕਹਿ ਰਹੇ ਹੈਗੇ ਨੇ, ਇਹ ਲੈਸ ਕਹਿ ਰਹੇ ਨੇ ਆਪਾਂ,
ਤਾਂ ਇਹ ਗੱਲ ਸਮਝਣੀ ਆ ਕਿ ਇਹਦਾ ਮੀਨਿੰਗ ਕੀ ਹੈ। ਜਿਵੇਂ ਆਪਾਂ ਇਹ ਗੱਲ ਪਾਈਏ ਕਿ x ਲੈਸ ਦੈਨ ਇਕੁਅਲ ਟੂ 2 ਆ ਜਾਂ ਲੈਸ ਦੈਨ ਇਕੁਅਲ ਟੂ 10 ਆ, ਇਹਦਾ ਮੀਨਿੰਗ ਕੀ ਹੁੰਦਾ? ਇਹ ਸਾਈਨ ਨੂੰ ਕਿੱਦਾਂ ਪੜ੍ਹਦੇ ਹਾਂ ਆਪਾਂ? ਇਹ ਹੁੰਦਾ ਹੈਗਾ ਜੀ ਲੈਸ ਦੈਨ ਔਰ ਇਕੁਅਲ ਟੂ, ਔਰ ਹੁੰਦਾ ਹੋਵੇ, ਜਾਂ ਤਾਂ ਆਪਾਂ 10 ਲਵਾਂਗੇ ਜਾਂ 10 ਤੋਂ ਘੱਟ ਲਵਾਂਗੇ ਪਹਿਲਾਂ। ਮਤਲਬ ਜੇ ਮੈਂ ਕਹਾਂ ਕਿ x ਇਕੁਅਲ ਟੂ 9 ਸੈਟਿਸਫਾਈ ਕਰਦਾ, ਇਸ ਨੂੰ ਕਰਦਾ ਜੀ। ਇਹ ਕੰਪਲਸਨ ਹੈ ਕਿ 10 ਲੈਣਾ ਹੀ ਲੈਣਾ ਆਪਾਂ ਨੇ। ਲੈਸ ਵੀ ਲੈ ਸਕਦੇ ਹਾਂ, ਲੈਸ ਦੈਨ ਔਰ ਇਕੁਅਲ ਟੂ, ਲੈਸ ਵੀ ਆ ਸਕਦਾ ਇਕੁਅਲ ਵੀ ਆ ਸਕਦਾ, ਦੋਨੇ ਗੱਲਾਂ ਨੇ ਇਹਦੇ ਵਿੱਚ। 9 ਵੀ ਸੈਟਿਸਫਾਈ ਕਰ ਰਿਹਾ ਇਸ ਨੂੰ, 10 ਵੀ ਸੈਟਿਸਫਾਈ ਕਰ ਰਿਹਾ, ਲੈਸ ਇਕੁਅਲ ਦੋਨੇ ਆ ਸਕਦੇ ਨੇ। ਆਪਾਂ ਨੇ ਕੀ ਸ਼ੋਅ ਕਰਨਾ ਕਿ ਆਰ ਕਿਹਦੇ ਵਿੱਚ ਆ ਰਿਹਾ ਹੈਗਾ? ਆਰ 1 ਤੋਂ ਲੈ ਕੇ n ਤੱਕ ਹੋਣਾ ਚਾਹੀਦਾ। ਜਿਵੇਂ ਇੱਕ ਹੋਰ ਐਗਜ਼ਾਮਪਲ ਲੈ ਲਈਏ, ਆਰ 1 ਤੋਂ ਲੈ ਕੇ 10 ਤੱਕ ਚਾਹੀਦਾ ਆਪਾਂ ਨੂੰ, ਅਤੇ ਮੇਰਾ ਆਨਸਰ ਇਹ ਆ ਗਿਆ ਕਿ ਆਰ, ਇਹ ਆਨਸਰ ਆ ਗਿਆ ਕਿ ਇਹ ਵੈਲਿਊ ਸਾਰੀਆਂ ਇਹਦੇ ਵਿੱਚ ਨਹੀਂ ਹੈਗੀਆਂ। ਇਹ ਆਪਾਂ ਨੇ ਇਹ ਸ਼ੋਅ ਕਰਨਾ ਸੀ ਕਿ ਆਰ ਦੀ ਵੈਲਿਊ ਜਿਹੜੀ ਹੈਗੀ ਆ 1 ਤੋਂ ਲੈ ਕੇ 10 ਤੱਕ ਲੈਣੀ ਆ। 1 ਤੋਂ ਲੈ ਕੇ 10 ਤੱਕ ਹੀ ਆ ਰਹੀਆਂ ਨੇ। ਇਹ 'ਚ ਕੰਪਲਸਨ ਨਹੀਂ ਹੈ ਕਿ ਪੱਕਾ 1 ਵੀ ਲੈਣਾ, 2 ਵੀ ਲੈਣਾ, 3 ਵੀ। ਆਰ ਦੀ ਵੈਲਿਊ 1 ਤੋਂ ਲੈ ਕੇ 10 ਤੱਕ ਆਊਗੀ। 10 ਵੀ ਆ ਸਕਦੀ ਆ, 9 ਵੀ ਆ ਸਕਦੀ ਆ, 8, 7, 1 ਤੋਂ ਲੈ ਕੇ 9 ਦੇ 10 ਦੇ ਵਿੱਚ ਕੋਈ ਮਰਜ਼ੀ ਆ ਸਕਦੀ ਹੈ। ਕਿ ਇਹ 1 ਤੋਂ ਲੈ ਕੇ 10 ਦੇ ਵਿੱਚ ਨਹੀਂ ਆ ਰਹੀਆਂ? ਜਿਵੇਂ ਥੋੜ੍ਹਾ ਹੋਰ ਕਲੀਅਰ ਕਰਨ ਵਾਸਤੇ ਇੱਧਰ ਲਿਖ ਰਹੇ ਇੱਕ x ਲੈਸ ਦੈਨ ਇਕੁਅਲ ਟੂ 3 ਹੈ ਜੀ, ਅਤੇ x ਇਕੁਅਲ ਟੂ ਦੂਜੀ ਐਗਜ਼ਾਮਪਲ ਲੈ ਰਹੇ ਹਾਂ, r 1 ਤੋਂ ਲੈ ਕੇ 10 ਤੱਕ, a ਦੀ ਪਾਵਰ 9 e ਬਣ ਗਿਆ ਮੰਨ ਲਓ, a ਦੀ ਪਾਵਰ r ਇਕੁਅਲਸ ਟੂ e। ਆਹ ਦੇਖੋ ਆਹ ਕਿਹਾ ਆਪਾਂ ਨੂੰ, ਇਹ ਕੀ ਆਉਂਦਾ ਸਟੇਟਮੈਂਟ ਹੈ। ਚਲੋ ਇਹ a ਦੀ ਪਾਵਰ r ਇਕੁਅਲ ਟੂ e ਆ ਅਤੇ r 1 ਤੋਂ ਲੈ ਕੇ 10 ਤੱਕ ਆ, ਅਤੇ ਮੇਰਾ ਆਨਸਰ ਇਹ ਆ। ਮੈਂ ਆਹ ਲਿਖਤਾ ਕਿ a ਦੀ ਪਾਵਰ 9 ਇਕੁਅਲ ਟੂ e ਆ ਗਿਆ। ਕੀ ਇਹਨੂੰ ਸੈਟਿਸਫਾਈ ਕਰ ਰਿਹਾ? ਆਪਾਂ ਇਹ ਗੱਲ ਦੇਖਣੀ ਕਿ ਇਹ ਸੈਟਿਸਫਾਈ ਕਰ ਰਿਹਾ ਇਸ ਚੀਜ਼ ਨੂੰ, ਜੋ ਚੀਜ਼ ਗਿਵ ਦਿੱਤੀ ਹੋਈ ਹੈ। ਕੀ ਕਿਹਾ ਹੋਇਆ ਉਹਨਾਂ ਨੇ ਕਿ a ਦੀ ਪਾਵਰ r ਇਕੁਅਲ ਟੂ e ਚਾਹੀਦਾ, r 1 ਤੋਂ ਲੈ ਕੇ 10 ਤੱਕ ਹੋਵੇ। ਇਹ ਕੰਪਲਸਨ ਨਹੀਂ ਕਿ 1 ਵੀ ਹੋਵੇ, 2 ਵੀ ਹੋਵੇ, 3 ਵੀ ਹੋਵੇ, 10 ਵੀ ਹੋਵੇ। ਆ ਠੀਕ ਤਰ੍ਹਾਂ 1 ਤੋਂ 10, 1 ਤੋਂ ਲੈ ਕੇ 10 ਦੇ ਵਿੱਚ ਹੀ ਹੈ 9, ਫਿਰ ਸੈਟਿਸਫਾਈ ਕਰ ਰਿਹਾ ਇਸ ਨੂੰ। ਇਹ ਕੰਪਲਸਨ ਹੀ ਹੈ ਕਿ ਪੱਕਾ 1 ਵੀ ਲੈਣਾ, 2 ਵੀ ਲੈਣਾ, 3 ਵੀ। ਬਸ ਇਹ ਗੱਲ ਦੇਖਣਾ ਕਿ ਵੈਲਿਊ ਇਹਦੇ ਵਿੱਚ ਹੋਵੇ। ਇਹ ਵੈਲਿਊ ਇਹਦੇ ਵਿੱਚ ਹੀ ਆ 1 ਤੋਂ ਲੈ ਕੇ n ਤੱਕ। ਜੇ ਇਹ ਵੈਲਿਊ ਇਹਦੇ ਵਿੱਚ ਹੀ ਹੈ ਤਾਂ ਉਹੀ ਤਾਂ ਪ੍ਰੂਵ ਕਰਨਾ ਸੀ ਆਪਾਂ ਨੇ ਕਿ ਇਹਦੇ ਵਿੱਚ ਪਾਵਰ ਜਿੰਨੀ ਮਰਜ਼ੀ ਹੋਵੇ, a ਦੀ ਪਾਵਰ r ਪੱਕਾ e ਹੋਊਗਾ। ਇਹ ਪਾਵਰਾਂ ਵਿੱਚ ਹੀ ਆ ਰਹੀਆਂ ਉਹਦੇ, ਇਸ ਕਰਕੇ ਪੱਕਾ e ਹੋ ਗਿਆ। ਦੇਅਰਫੋਰ ਥਿਊਰਮ ਇਜ਼ ਪ੍ਰੂਵਡ। ਇਹ ਦੋਨੇ ਕੇਸ ਵਾਈਜ਼ ਥਿਊਰਮ ਪ੍ਰੂਵ ਹੋ ਗਈ। ਫਿਰ ਇਕੱਠਾ ਲਿਖ ਦੇਵਾਂਗੇ ਆਪਾਂ ਇਸ ਤੋਂ ਬਾਅਦ। ਉਹ ਇਕੱਠਾ ਲਿਖਿਆ ਆਪਾਂ ਨੇ, ਇਹਨਾਂ ਦੋਨੋਂ ਕੇਸਿਸ ਨੂੰ ਕੰਬਾਈਨ ਕੀਤਾ। ਦੇਅਰਫੋਰ ਕੰਬਾਈਨਿੰਗ ਟੂ ਕੇਸਿਸ, ਦੋਨੇ ਕੇਸ ਆਪਾਂ ਕੰਬਾਈਨ ਕਰ ਲਏ ਕਿ a ਦੀ ਪਾਵਰ r ਪੱਕਾ e ਹੋਊਗਾ, 1 ਤੋਂ ਲੈ ਕੇ r n ਤੱਕ ਹੋਊਗਾ। ਪਹਿਲਾ ਸਿੱਧਾ ਪ੍ਰੂਵ ਹੋ ਗਿਆ ਸੀ। ਹੁਣ ਇਹ ਵੈਲਿਊ ਵੀ ਸਭ 1 ਤੋਂ ਲੈ ਕੇ n ਤੱਕ ਆ ਰਹੀਆਂ, ਤਾਂ ਓਵਰਆਲ ਆਪਾਂ ਕਹਿ ਸਕਦੇ ਹਾਂ ਕਿ 1 ਤੋਂ ਲੈ ਕੇ n ਤੱਕ ਹੋਊਗਾ ਕਿ a ਦੀ ਪਾਵਰ r e ਬਣ ਜਾਏਗਾ। ਹੁਣ ਦੇਖੋ ਥਿਊਰਮ ਜਿਹੜੀ ਦੋ ਥਿਊਰਮਾਂ ਕੀਤੀਆਂ, ਫਸਟ ਅਤੇ ਸੈਕਿੰਡ 'ਚ ਸਟੇਟਮੈਂਟ ਥੋੜ੍ਹਾ ਜਿਹਾ ਫਰਕ ਆ, ਪਰ ਪ੍ਰੂਫ 'ਚ ਬਹੁਤ ਜ਼ਿਆਦਾ ਫਰਕ ਆ। ਜੇ ਸਟੇਟਮੈਂਟ ਧਿਆਨ ਨਾਲ ਦੇਖ ਕੇ ਫਿਰ ਪ੍ਰੂਫ ਸਮਝਣੇ ਹੈਗੇ ਨੇ। ਚਲੋ ਅੱਜ ਇਹੀ ਕੰਮ ਕਰਵਾਉਣਾ ਸੀਗਾ, ਅਤੇ ਬਾਕੀ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ ਜੀ। ਜੇ ਕੁਛ ਨਾ ਸਮਝ ਲੱਗਿਆ ਜਾਂ ਕੁਛ ਪੁੱਛਣਾ ਹੋਵੇ ਤਾਂ WhatsApp 'ਤੇ ਪੁੱਛ ਸਕਦੇ ਹੈਗੇ ਹੋ। ਠੀਕ ਹੈ ਜੀ, ਥੈਂਕ ਯੂ।